प्रोग्राम फैले विद्या चानण होए च मैं सुरेंद्र सिंह तुहाडा अपना सारिਆਂ ਦਾ ਸਵਾਗਤ ਕਰਦਾ। ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਵੱਖ-ਵੱਖ ਬਾਣੀਆਂ, ਭਗਤਾਂ, ਗੁਰੂ ਸਾਹਿਬ ਅਤੇ ਸਿੱਖਾਂ ਬਾਰੇ ਉਸ ਦ੍ਰਿਸ਼ਟੀਕੋਣ ਤੋਂ ਵਿਚਾਰ ਵਟਾਂਦਰਾ ਕਰ ਰਹੇ ਹਾਂ ਕਿ ਇੱਕ ਜ਼ਾਹਰਾ ਜ਼ਹੂਰ, ਹਾਜ਼ਰਾ ਹਜ਼ੂਰ ਤੇ ਸਰਬ ਪ੍ਰਤੱਖ ਜਿਹੜੇ ਸਾਡੇ ਗੁਰੂ ਨੇ, ਜਿਨ੍ਹਾਂ ਦੇ ਲੜ ਸਾਨੂੰ ਗੁਰੂ ਸਾਹਿਬ ਲਾ ਕੇ ਗਏ ਨੇ, ਉਹਦੇ 'ਚ ਅਸਲ ਦੇ ਵਿੱਚ ਹੈ ਕੀ ਹੈ ਅਤੇ ਉਸ 'ਤੇ ਕਿਹੜੇ ਅਜਿਹੇ ਗੁਣ ਨੇ ਜਿਨ੍ਹਾਂ ਦੇ ਕਰਕੇ ਗੁਰੂ ਸਾਹਿਬ ਨੂੰ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਸਾਡੇ ਨਾਲ ਗੱਲਬਾਤ ਕਰ ਰਹੇ ਨੇ ਬੀਬੀ ਜਸਬੀਰ ਕੌਰ ਜੀ। ਅਸੀਂ ਬੀਬੀ ਜਸਬੀਰ ਕੌਰ ਅਤੇ ਤੁਹਾਡਾ ਸਾਰਿਆਂ ਦਾ ਮਿਲ ਕੇ ਸਵਾਗਤ ਕਰਦੇ ਹਾਂ। ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿਵੇਂ ਵਿਚਾਰ ਚਰਚਾ ਸ਼ੁਰੂ ਕੀਤੀ ਹੈ, ਉਹਦੇ 'ਚ ਸਭ ਤੋਂ ਪਹਿਲੀ ਬਾਣੀ ਜਪਜੀ ਸਾਹਿਬ ਹੈ ਜੀ। ਸਾਹਿਬ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਇਸ ਦਾ ਸੰਪਾਦਨ ਕੀਤਾ ਤਾਂ ਸਭ ਤੋਂ ਪਹਿਲਾਂ ਜਪਜੀ ਸਾਹਿਬ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਖਿਆ। ਹਾਂਜੀ, ਇਹ ਵੀ ਦੱਸਿਆ ਜਾਂਦਾ, ਇਹ ਵੀ ਗੱਲ ਪ੍ਰਤੱਖ ਹੈ ਕਿ ਜਪਜੀ ਸਾਹਿਬ ਇੱਕ ਬਿਨਾਂ ਰਾਗ ਤੋਂ ਬਾਣੀ ਹੈ ਜੀ, ਪਰ ਫਿਰ ਵੀ ਇਸ ਨੂੰ ਗਾਇਆ ਜਾਂਦਾ, ਗਾਇਆ ਜਾ ਸਕਦਾ। ਅਤੇ ਅੱਜ ਆਪਾਂ ਗਾਉਣ ਵਾਲੀ ਜਿਹੜੀ ਪੌੜੀ ਹੈ ਜਪਜੀ ਸਾਹਿਬ ਦੇ ਵਿੱਚ, ਉਹਦੇ 'ਤੇ ਹੀ ਆ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੈ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖਿਆ ਹਾਦਰਾ ਹਦੂਰ, ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ ਕੋਟ। ਹਾਂਜੀ, ਤੇ ਉਹਦੇ 'ਤੇ ਆਪਾਂ ਵਿਚਾਰ ਕਰਦੇ ਹਾਂ। ਸਾਡੇ ਜਿਹੜੇ ਦਰਸ਼ਕ ਨੇ, ਸੁਣਨ ਵਾਲੇ ਨੇ, ਸੁਣ ਵੀ ਰਹੇ ਹੋਣੇ, ਕਈ ਵਾਰ ਕੰਮ ਕਾਰ ਕਰਦੇ ਤੁਸੀਂ TV ਔਨ ਰੱਖਦੇ ਹੋ, ਪਰ ਤੁਹਾਡੇ ਕੰਨਾਂ ਦੇ ਵਿੱਚ ਫਿਰ ਉਹ ਸਰੋਤਾ ਬਣ ਜਾਂਦਾ। ਜਦੋਂ ਤੁਸੀਂ ਦੇਖਦੇ ਹੋ ਤਾਂ ਉਦੋਂ ਤੱਕ ਤੁਸੀਂ ਦਰਸ਼ਕ ਰਹਿੰਦੇ ਹੋ, ਅਤੇ ਵੈਸੇ ਸੰਗਤ ਰੂਪ ਦੇ ਵਿੱਚ ਤੁਸੀਂ ਜਦੋਂ ਵਿਚਾਰ ਕਰਦੇ ਹੋ ਸਾਰੀ ਗੱਲਬਾਤ ਤੇ ਜਿਹੜੀ ਅਸੀਂ ਕਰਦੇ ਹਾਂ, ਤਾਂ ਨਿਰਸਨ 'ਤੇ ਉਹ ਸੰਗਤ ਰੂਪ ਹੀ ਹੁੰਦੀ ਹੈ। ਇਹ ਜਿਹੜੀ ਗਾਵੇ ਵਾਲੀ ਪੌੜੀ ਹੈ, ਇਹਦੇ 'ਤੇ ਆਪਾਂ ਵਿਚਾਰ ਕਰਦੇ ਹਾਂ ਜੀ। ਹਾਂਜੀ ਵੀਰ ਜੀ, ਬਹੁਤ ਧੰਨਵਾਦ। ਜਿਸ ਤਰ੍ਹਾਂ ਅਸੀਂ ਪਹਿਲੇ ਪ੍ਰੋਗਰਾਮਾਂ 'ਚ ਵੀ ਕਿਹਾ ਹੈ ਕਿ ਮਹਾਰਾਜ ਨੇ ਸਾਰੀ ਬਾਣੀ ਸਾਡੇ ਮਨੁੱਖੀ ਮਨ ਨੂੰ ਟਿਕਾਉਣ ਦੇ ਵਾਸਤੇ, ਸਮਰੱਥ ਬਣਾਉਣ ਵਾਸਤੇ ਔਰ ਉਸ ਨੂੰ ਮਜ਼ਬੂਤ ਕਰਨ ਵਾਸਤੇ, ਸਿਆਣਾ ਬਣਾਉਣ ਵਾਸਤੇ ਰਚੀ ਹੈ। ਔਰ ਸਾਰੀਆਂ ਸਿੱਖਿਆਵਾਂ ਉਹਨਾਂ ਨੇ ਮਨ ਨੂੰ ਦਿੱਤੀਆਂ ਨੇ, ਕਿਉਂਕਿ ਅਸੀਂ ਜਿੱਦਾਂ ਪਹਿਲਾਂ ਅਰਜ਼ ਕਰ ਰਹੇ ਸੀ ਕਿ ਮਨ ਹੀ ਤੁਹਾਡੇ ਸਰੀਰ ਨੂੰ ਚਲਾਉਣ ਵਾਲਾ ਸਾਰਥੀ ਹੈ ਜਾਂ ਡਰਾਈਵਰ ਕਹਿ ਲਓ। ਸੋ ਉਹ ਜਿਹੜਾ ਹੈਗਾ ਸਾਡਾ ਸਾਰਥੀ, ਸਾਡਾ ਮਨ, ਸਾਡਾ ਸੱਚਾ ਮਿੱਤਰ, ਉਹਦੀ ਤਬੀਅਤ ਨੂੰ, ਉਹਦੇ ਸੁਭਾਅ ਨੂੰ ਠੀਕ ਕਰਨ ਲਈ ਔਰ ਉਹਨੂੰ ਮਜ਼ਬੂਤ ਬਣਾਉਣ ਲਈ ਇਹ ਲਾਜ਼ਮੀ ਹੈ ਕਿ ਉਹ ਸੁੱਚੇ ਉੱਚੇ ਵਿਚਾਰਾਂ ਦੇ ਨਾਲ, ਚੰਗੇ ਸ਼ਬਦਾਂ ਦੇ ਨਾਲ ਅਤੇ ਚੰਗੇ ਸੰਗੀਤ ਨਾਲ ਉਹਨੂੰ ਨਿਵਾਜਿਆ ਜਾਏ। ਕਿਉਂਕਿ ਇੱਕ ਤਾਂ ਤਨ ਦੀ ਭੁੱਖ ਹੁੰਦੀ ਹੈ, ਇੱਕ ਮਨ ਦੀ ਭੁੱਖ ਹੈ, ਅਤੇ ਮਨ ਦੀਆਂ ਭੁੱਖਾਂ ਬਹੁਤ ਜ਼ਿਆਦਾ ਨੇ। ਅਸੀਂ ਪਹਿਲਾਂ ਵੀ ਸਮਝ ਆਏ ਹਾਂ ਜਪਜੀ 'ਚ, ਅਤੇ ਮਹਾਰਾਜ ਕਹਿੰਦੇ ਤੁਸੀਂ ਜਿੰਨਾ ਗਾਓਗੇ ਸਿਫਤ ਯੋਗ ਸਿਫਤਾਂ ਵਾਲੇ ਨੂੰ, ਜੋ ਕਿ ਅਕਾਲ ਪੁਰਖ ਵਾਹਿਗੁਰੂ ਹੈ, ਤੁਸੀਂ ਉਹਦਾ ਰੂਪ ਹੀ ਹੋ ਜਾਓਗੇ। ਇਸ ਕਰਕੇ ਅਸੀਂ ਗਾਵੇ ਦੀਆਂ ਪੌੜੀਆਂ, ਜਿੱਦਾਂ ਤੁਸੀਂ ਇਹ ਗਾਵੇ ਵਾਲੀ ਜਿਹੜੀ ਪੌੜੀ ਹੈ, ਇਹ ਵੀ ਮਹਾਰਾਜ ਨੇ ਸਪਸ਼ਟ ਕਰ ਦਿੱਤਾ ਵੀ ਗਾਉਣਾ ਹੈ ਕੀ ਹੈ ਅਸਲ ਵਿੱਚ। ਹਾਂ, ਬਿਲਕੁਲ, ਕੀ ਗਾਉਣਾ ਹੈ ਤੇ ਕੀ ਬੋਲਣਾ ਹੈ, ਕਿ ਉਹਦਾ ਤੁਹਾਨੂੰ ਫਾਇਦਾ ਵੀ ਕੀ ਹੋਏਗਾ। ਕਿਉਂ ਜੇ ਅਸੀਂ ਸੋਹਣੇ ਸੋਹਣੇ ਗੀਤ ਸੁਣਦੇ ਹਾਂ, ਉਹਦੇ 'ਚ ਨਥਿੰਗ ਰੋਂਗ ਇਨ ਦੈਟ, ਤੁਸੀਂ ਸੁਣੋ, ਪਰ ਇਹ ਜ਼ਰੂਰ ਸੁਣੋ ਕਿ ਮੈਂ ਕਿਉਂ ਸੁਣ ਰਿਹਾ ਹੈ ਤੇ ਮੈਨੂੰ ਇਹਦੇ 'ਚੋਂ ਲੱਭ ਕੀ ਰਿਹਾ। ਇਹ ਵਿਚਾਰਨਾ ਚਾਹੀਦਾ ਬੰਦੇ ਨੂੰ। ਹਾਂ, ਜ਼ਰੂਰ। ਕੀ ਇਸ ਦੇ ਵਿੱਚ ਜਿਹੜਾ ਮੈਂ ਭਾਵੇਂ ਕਿਸੇ ਦਾ ਵੀ ਗੀਤ ਸੁਣ ਰਿਹਾ, ਕਿ ਇਹ ਮੈਨੂੰ ਸਦੀਵੀ ਜਿਹੜਾ ਸੁੱਖ ਹੈ ਉਹ ਦੇ ਰਿਹਾ, ਹਾਂ, ਜਾਂ ਮੈਨੂੰ ਕੋਈ ਨਵਾਂ ਵਿਚਾਰ ਦੇ ਰਿਹਾ, ਜਾਂ ਕਿ ਮੇਰੇ ਮਨ ਨੂੰ ਉਲਝਾ ਰਿਹਾ ਹੈ ਤੇ ਜਿਹਦੇ ਕਰਕੇ ਮੇਰੇ ਸਾਰੇ ਗਿਆਨ ਇੰਦਰੇ ਵੀ ਪਰੇਸ਼ਾਨ ਹੋ ਜਾਣ। ਅੱਛਾ, ਇਹ ਵੀ ਗੱਲ ਸਿੱਧ ਹੋ ਚੁੱਕੀ ਹੈ ਹੁਣ ਤੱਕ ਕਿ ਜਿਹੜਾ ਗਾਉਣ ਹੈ, ਜਦੋਂ ਆਪਾਂ ਸੁਣਦੇ ਹਾਂ, ਉਹ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵੀ ਵਧਾਉਂਦਾ ਘਟਾਉਂਦਾ। ਹਾਂਜੀ, ਤੁਹਾਡੀ ਸਿਹਤ 'ਤੇ ਵੀ ਅਸਰ ਪਾਉਂਦਾ। ਬਿਲਕੁਲ, ਪੱਕਾ। ਤੇ ਉਹ ਹੈਗਾ ਜਿੱਦਾਂ ਅਸੀਂ ਸੂਫੀ ਸੰਗੀਤ ਸੁਣਦੇ ਹਾਂ, ਸੂਫੀਆਂ ਨੇ ਬਹੁਤਾ ਜਿਹੜਾ ਲਿਖਿਆ ਹੈ ਉਹ ਰੂਹ ਲਈ ਲਿਖਿਆ ਹੈ। ਉਹਦੇ 'ਚ ਕਾਫੀ ਕੁਛ ਠੰਡਕ ਵਾਲਾ ਹੁੰਦਾ ਹੈ। ਚੰਗੇ ਗੀਤਾਂ ਵਿੱਚ, ਜਿੱਦਾਂ ਅਸੀਂ ਪੰਜਾਬ 'ਚ ਆਪਣੇ ਸੋਹਣੇ ਪੰਜਾਬ ਦੇਸ਼ ਦੇ ਗੀਤ ਸੁਣਦੇ ਸੀ, ਸੋਹਣਾ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀ, ਉਹ ਬੋਲੀਆਂ ਵੀ ਹੁੰਦੀਆਂ ਸੀ, ਜਾਂ ਉਹ ਕਹਿੰਦਾ ਸੀ ਨਾ, ਬੱਲੇ ਹੋਏ ਪੰਜਾਬ ਦੀ ਸ਼ੇਰ ਬੱਚੀਏ। ਤੇ ਉਹ ਸਾਰੇ ਜਿਹੜੇ ਗੀਤ ਸੀ ਨੌਜਵਾਨਾਂ ਲਈ,
ਨੋ ਤੇਰੇ ਡੋਲਿਆਂ 'ਚ ਬਰਕਤਾਂ ਨੇ ਭਾਰੀਆਂ, ਤੇਰੇ ਹੱਥਾਂ ਵਿੱਚ ਹਿੰਮਤਾਂ ਨੇ ਸਾਰੀਆਂ। ਤੇ ਉਹ ਸਾਰੇ ਜਿਹੜੇ ਖਿਆਲ ਸੀਗੇ ਉਹ ਮਨ ਨੂੰ ਹੀ ਤਕੜਾ ਕਰਨ ਲਈ ਨੇ ਔਰ ਇੱਕ ਆਪਣੇ ਸਮਾਜ ਦੀ ਸੋਹਣੀ ਤਸਵੀਰ। ਤੇ ਮਹਾਰਾਜ ਨੇ ਬਾਣੀ ਦੇ ਵਿੱਚ ਵੀ ਬਹੁਤ ਤਰੀਕੇ ਦੀ ਛੰਤ, ਘੋੜੀਆਂ ਤੇ ਜਿਹੜੇ ਹੈਗੇ ਚੌਪ ਦੇ, ਦੋਪ ਦੇ, ਬੜੇ ਤਰੀਕਿਆਂ ਦੀ ਪੋਇਟਰੀ ਔਰ ਉੱਥੋਂ ਦੀ ਸਥਾਨਕ ਜਿਹੜੀ ਰੀਤਾਂ ਸੀ, ਜਿਵੇਂ ਅਸੀਂ ਕੱਲ ਵੀ ਪਰਸੋਂ ਗੱਲ ਕਰ ਰਹੇ ਸੀ, 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਤੇ ਵਾਰਾਂ ਹਮੇਸ਼ਾ, ਕਿਉਂਕਿ ਅਸੀਂ ਮਨ ਨੂੰ ਤਕੜੇ ਹੋਣ ਦੀ ਗੱਲ ਕਰ ਰਹੇ ਹਾਂ, ਗਾਉਣ ਦੀ ਗੱਲ ਕਰ ਰਹੇ ਹਾਂ। ਵਾਰ ਤਾਂ ਜੰਗ ਦੇ ਸੰਬੰਧੀ ਹੀ ਜਿਹੜਾ ਇੱਕ ਵਾਰ ਛੰਦ ਹੈ ਜਿਹੜਾ ਉਹ ਵਰਤਿਆ ਜਾਂਦਾ। ਤੇ ਵਾਰ ਹੀ ਕਿਉਂ ਲਿਖੀ ਵੀ 22 ਵਾਰਾਂ ਲਿਖਿਆ, ਨਾਲੇ ਇੱਕ ਨਹੀਂ ਅੱਧੀ ਲਿਖੀ। ਆਸਾ ਦੀ ਵਾਰ, ਆਸਾ ਦੀ ਵਾਰ, ਮਲਾਰ ਕੀ ਵਾਰ, ਗੁਜਰੀ ਕੀ ਵਾਰ, ਕਿੰਨੀਆਂ ਹੀ ਨੇ। ਉੱਤੇ ਫਿਰ ਧੁਨੀਆਂ ਲਿਖੀਆਂ ਹੋਈਆਂ ਨੇ। ਉਹ ਹੁਣ ਕਿਉਂਕਿ ਅਸੀਂ ਸਾਰੇ ਥੋੜੇ ਜਿਹੇ ਰਿਚੁਅਲਿਸਟਿਕ ਜ਼ਿਆਦਾ ਹੋ ਗਏ ਆ, ਕਰਮਕਾਂਡੀ, ਇੰਨੇ ਪਾਠ ਕਰ ਲਓ, ਛੇਤੀ ਕਰ ਲਓ। ਮੈਂ ਨਹੀਂ ਕਹਿੰਦੀ ਨਾ ਕਰੋ, ਜ਼ਰੂਰ ਕਰੋ, ਪਰ ਕਰ ਕੀ ਰਹੇ ਹੋ, ਕਿਵੇਂ ਕਰ ਰਹੇ ਹੋ, ਗੁਰੂ ਨੂੰ ਪੁੱਛ ਲਓ। ਕੀ ਉਹਨੂੰ ਵਿਚਾਰ ਵੀ ਰਹੇ ਆ ਨਾਲ? ਨਹੀਂ, ਨਾਲੇ ਉਹਦੇ ਤੇ ਅਧਿਐਨ ਕਰ ਰਹੇ ਆ। ਹਾਂ, ਟਾਈਟਲ ਜਿੱਦਾਂ ਹੁਣ ਅਸੀਂ ਵਾਰ ਦੀ ਥੋੜੀ ਜੀ ਗੱਲ ਕਰਾਂਗੇ, ਫਿਰ ਅਸੀਂ ਗਾਵੇ ਤੇ ਜਾਵਾਂਗੇ ਕਿਉਂਕਿ ਗਾਉਣ ਦੀ ਗੱਲ ਹੋ ਰਹੀ ਹੈ। ਤੇ ਵਾਰ ਦੇ ਉੱਤੇ ਲਿਖਿਆ ਹੋਇਆ ਹੈ, ਮਹਾਰਾਜ ਨੇ ਟਾਈਟਲ, ਆਸਾ ਕੀ ਵਾਰ ਮਹੱਲਾ ਪਹਿਲਾ, ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਇੱਥੇ ਰੁਕਣਾ ਹੈ। ਅੱਛਾ ਜੀ। ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਇਹ ਮਹਾਰਾਜ ਗੁਰੂ ਅਰਜਨ ਪਾਤਸ਼ਾਹ ਨੇ, ਪੰਜਵੇਂ ਨਾਨਕ ਨੇ ਉੱਤੇ ਤਾਕੀਦ ਕੀਤੀ ਹੈ ਕਿ ਕੀ ਹੈ ਇਹਦੇ ਅੰਦਰ। ਰਾਗ ਆਸਾ, ਵਾਰ, ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਅੱਗੇ ਹੈਗਾ ਟੁੰਡੇ ਅਸ ਰਾਜੇ ਕੀ ਧੁਨੀ। ਟੁੰਡੇ ਅਸ ਰਾਜੇ ਕੀ ਧੁਨੀ, ਪਰ ਗਾਵਣਾ ਨਹੀਂ ਅੱਗੇ ਲਿਖਿਆ ਟੁੰਡੇ ਅਸ ਰਾਜੇ ਕੀ ਧੁਨੀ। ਇੱਥੋਂ ਤੱਕ ਹੈ। ਇਹਦਾ ਮਤਲਬ ਸਪਸ਼ਟ ਹੋ ਗਿਆ ਕਿ ਆਸਾ ਕੀ ਵਾਰ ਮਹੱਲੇ ਪਹਿਲੇ ਨੇ ਲਿਖੀ ਹੈ। ਇਹਦੇ ਚ ਸ਼ਲੋਕ ਵੀ ਮਹੱਲੇ ਪਹਿਲੇ ਦੇ ਨੇ, ਕਿਉਂਕਿ ਵਾਰ ਐਕਚੁਅਲੀ ਪੌੜੀਆਂ ਹੀ ਹੁੰਦੀ ਹੈ। ਹਾਂਜੀ, ਜਿਹੜੀ ਵਾਰ ਐਕਚੁਅਲ ਸੀ ਨਾ, ਉਹ ਖਾਲੀ ਪੌੜੀਆਂ ਨੇ। ਪਰ ਮਹਾਰਾਜ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਦੋਂ ਤਰਤੀਬ ਦਿੱਤੀ ਹੈ ਬਾਣੀ, ਉਹਨਾਂ ਨੇ ਸੰਪਾਦਨਾ, ਐਡੀਟਿੰਗ ਨਹੀਂ ਕੀਤੀ, ਉਹਨੂੰ ਤਰਤੀਬ ਦਿੱਤੀ ਹੈ। ਹਾਂ, ਜੋ ਤਰਤੀਬ ਦਿੱਤੀ ਹੈ, ਤੇ ਤਰਤੀਬ ਵੀ ਇੰਨੀ ਖੂਬਸੂਰਤ ਹੈ। ਹੁਣ ਅਸੀਂ ਅੱਗੇ ਚਲੇ ਜਾਵਾਂਗੇ, ਪਰ ਵੀ ਵਿਲ ਗੋ ਬੈਕ देयर ਲੇਟਰ। ਅੱਛਾ, ਮੈਂ ਹੁਣ ਆਪਣੇ ਆਪ ਨੂੰ ਵੀ ਇੱਥੇ ਦਰੁਸਤ ਕਰਦਾ। ਹਾਂਜੀ, ਵੀ ਸੰਪਾਦਨਾ ਨਹੀਂ ਕੀਤੀ, ਨਹੀਂ, ਤਰਤੀਬ ਦਿੱਤੀ ਹੈ ਬਾਣੀ ਨੂੰ। ਤਰਤੀਬ ਕਿੱਡੀ ਸੋਹਣੀ ਹੈ। ਥੋੜੀ ਤਰਤੀਬ ਦੀ ਹੁਣ ਕਰ ਲਈਏ। ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਆਏਗੀ ਹਰ ਰਾਗ ਦੇ ਅੰਦਰ। ਜੋ ਤੁਸੀਂ ਸ੍ਰੀ ਰਾਗ ਵੇਖੋਗੇ, ਮਲਹਾਰ ਰਾਗ ਵੇਖੋਗੇ, ਗੌੜੀ ਰਾਗ ਵੇਖੋਗੇ, ਤੁਸੀਂ ਭੈਰੋ ਰਾਗ ਵੇਖੋਗੇ, ਪ੍ਰਭਾਤੀ ਵੇਖੋਗੇ, ਜਿੰਨੇ ਵੀ ਰਾਗ ਵੇਖੋਗੇ, ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਆਉਣਗੇ ਹਮੇਸ਼ਾ, ਫਿਰ ਦੂਜੇ ਪਾਤਸ਼ਾਹ ਦੇ ਆਉਣਗੇ ਜੇ ਹੈਗੇ ਆ ਤੇ। ਸ਼ਲੋਕ ਨੇ ਉਹਨਾਂ ਦੇ ਜ਼ਿਆਦਾ, ਉਹ ਸ਼ਲੋਕ ਆਸਾ ਕੀ ਵਾਰ ਚ ਵੀ ਨੇ। ਫਿਰ ਤੁਸੀਂ ਗੁਰੂ ਅਮਰਦਾਸ ਪਾਤਸ਼ਾਹ ਦੇ ਸ਼ਬਦ ਵੇਖੋਗੇ, ਤੀਜੇ ਪਾਤਸ਼ਾਹ ਦੇ। ਫਿਰ ਤੁਸੀਂ ਚੌਥੇ ਪਾਤਸ਼ਾਹ ਦੇ ਸ਼ਬਦ ਵੇਖੋਗੇ, ਗੁਰੂ ਰਾਮਦਾਸ ਜੀ ਦੇ। ਫਿਰ ਤੁਸੀਂ ਪੰਜਵੇਂ ਪਾਤਸ਼ਾਹ ਦੇ ਸ਼ਬਦ ਵੇਖੋਗੇ। ਫਿਰ ਤੁਸੀਂ ਗੁਰੂ ਤੇਗ ਬਹਾਦਰ 9ਵੇਂ ਪਾਤਸ਼ਾਹ ਦੇ ਸ਼ਬਦ ਦੇਖੋਗੇ। ਫਿਰ ਭਗਤਾਂ ਦੀ ਬਾਣੀ ਆਏਗੀ। ਸਭ ਤੋਂ ਪਹਿਲਾਂ ਸ਼੍ਰੋਮਣੀ ਭਗਤ ਕਬੀਰ ਜੀ ਦੇ ਆਉਣਗੇ, ਫਿਰ ਭਗਤ ਰਵਿਦਾਸ ਜੀ ਦੇ ਆਉਣਗੇ, ਫਿਰ ਨਾਮਦੇਵ ਜੀ ਦੇ ਆਉਣਗੇ, ਫਿਰ ਦੂਜੇ ਭਗਤਾਂ ਦੇ ਆਉਣਗੇ। ਤਰਤੀਬ ਬੜੀ ਸੁੰਦਰ ਦਿੱਤੀ ਗਈ, ਬਹੁਤ ਸੁੰਦਰ ਤਰਤੀਬ ਹੈ। ਔਰ ਅਖੀਰ ਦੇ ਵਿੱਚ ਜਿਹੜੇ ਅਸੀਂ ਕਹਿੰਦੇ ਸ਼ਲੋਕ ਵਾਰਾਂ ਤੇ ਵਧੇਕ, ਉਹ ਜਿਹੜੇ ਵੱਧ ਗਏ ਸੀ ਸ਼ਲੋਕ, ਜਿਹੜੇ ਮਹਾਰਾਜ ਨੇ ਵਾਰ ਤੇ ਪੌੜੀਆਂ ਦੇ ਉੱਤੇ ਦਰਜ ਨਹੀਂ ਕੀਤੇ, ਉਹ ਅਖੀਰ ਚ ਨੇ ਸ਼ਲੋਕ ਵਾਰਾਂ ਤੇ ਵਧੇਕ। ਅੱਛਾ, ਫਿਰ ਸ਼ਲੋਕ ਸੰਸਕ੍ਰਿਤੀ ਵੀ ਨੇ। ਸੰਸਕ੍ਰਿਤੀ ਇਜ਼ ਨਾਟ ਸੰਸਕ੍ਰਿਤ, ਉਹਨੂੰ ਕਲੀਅਰ ਰੱਖਣਾ। ਉਹ ਉਹਦੇ ਬਾਰੇ ਹਾਂ ਕਰ ਦੋ ਕਲੀਅਰ। ਉਹ ਸੰਸਕ੍ਰਿਤੀ ਹੈ, ਉਹ ਸੰਸਕ੍ਰਿਤ ਨਹੀਂ ਹੈ। ਉਹਦੇ ਨਾਲ ਸੁਭਾਅ ਮਿਲਦਾ ਹੈ, ਪਰ ਉਹ ਡਿਫਰੈਂਟ ਹੈ, ਅਲੱਗ ਹੈ। ਅੱਛਾ, ਅਖੀਰ ਤੇ ਫਿਰ ਜਦੋਂ 9ਵੇਂ ਮਹੱਲੇ ਦੇ ਸ਼ਲੋਕ ਵੀ ਆਉਂਦੇ ਆ, ਠੀਕ ਹੈ ਜੀ। 9ਵੇਂ ਮਹੱਲੇ ਦੇ ਸ਼ਲੋਕ ਜਿਹੜੇ ਹੈਗੇ ਆ, ਉੱਥੋਂ ਜਦੋਂ ਅਸੀਂ ਮਹਾਰਾਜ ਦੇ ਜਦੋਂ ਪਾਠ ਹੁੰਦਾ ਹੈ, ਜਦੋਂ ਅਸੀਂ ਘਰਾਂ 'ਚ ਸਹਿਜ ਪਾਠ ਕਰਦੇ ਜਾਂ ਅਸੀਂ ਮਹਾਰਾਜ ਦੀ ਸਾਰੀ ਬਾਣੀ ਦੀ ਜਦੋਂ ਅਸੀਂ ਸਮਾਪਤੀ ਕਰਦੇ ਹਾਂ, ਤੇ ਅਖੀਰ ਤੇ 9ਵੇਂ ਮਹੱਲੇ ਦੇ ਸ਼ਲੋਕ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਫਿਰ ਅਖੀਰ ਤੇ ਮਹਾਰਾਜ ਨੇ ਮੁੰਦਾਵਣੀ ਲਾਈ ਹੈ। ਮੁੰਦਾਵਣੀ ਹੁੰਦੀ ਹੈ ਬੀੜ ਨੂੰ ਮੁੰਦ ਦਿੱਤਾ, ਜਿੱਦਾਂ ਅਸੀਂ ਸੀਲ ਲਾਉਂਦੇ ਆ, ਉਹ ਸੀਲ ਹੈ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ, ਇਹ ਸਾਰੇ ਥਾਲ ਚ ਮੈਂ ਪਾਇਆ ਕੀ ਹੈ। ਸੋ ਇਹ ਹੋ ਗਈ ਤਰਤੀਬ। ਸਹਿਸਕ੍ਰਿਤੀ ਤੋਂ ਭਾਵ ਇਹ ਲਿਆ ਜਾਣਾ ਚਾਹੀਦਾ ਸਹਿਸ ਤੇ ਕ੍ਰਿਤੀ ਨੂੰ ਅਲੱਗ ਕਰਕੇ। ਉਹਦਾ ਨਾਂ ਹੀ ਸਹਿਸਕ੍ਰਿਤੀ ਹੈ, ਪਰ ਦੈਟ ਇਜ਼ ਨਾਟ ਸੰਸਕ੍ਰਿਤ। ਉਹਦੇ ਮਤਲਬ, ਉਹਦਾ ਸੁਭਾਅ, ਉਹਦੇ ਲਫ਼ਜ਼, ਜਿੱਦਾਂ ਅੰਗ ਦਾ ਬੜਾ ਉਹਦੇ ਚ ਇਸਤੇਮਾਲ ਮਹਾਰਾਜ ਨੇ ਉਸ ਬਿੰਦੀ ਟਿੱਪੀ ਦਾ ਬਹੁਤ ਕੀਤਾ ਹੈ। ਅੰਗ ਜਿਹੜਾ ਹੈਗਾ
ਉਹਨੂੰ ਤੁਸੀਂ ਬੋਲਣਾ ਹੈ ਜਿੱਦਾਂ ਸਵਾਦੰ ਉਹਦੇ ਚ ਆਏਗਾ ਜਾਂ ਇਹੋ ਜਿਹੇ ਜਿੰਨੇ ਵਰਡਸ ਆਉਣਗੇ ਏਕ ਕ੍ਰਿਸ਼ਨੰ ਸਰਬ ਦੇਵਾ ਤੇ ਦੇਵ ਦੇਵਾ ਤੇ ਆਤਮਾ, ਇਹ ਤੇ ਉਹਦੇ ਚ ਵੀ ਆਂਦਾ ਆਸਾ ਕੀ ਵਾਰਚੀ, ਪਰ ਕਈ ਸ਼ਲੋਕ ਉੱਥੇ ਵੀ ਹੈਗੇ ਆ। ਤੇ ਹੇ ਕਾਮੰ ਨਰਕ ਬਿਸਰਾਮੰ, ਇਹ ਵੀ ਆਉਂਦਾ ਆ। ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸਾਨੂੰ ਹੌਲੀ 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 ਤਰਤੀਬਵਾਰ ਸਮਝਣ ਵਿੱਚ ਲੱਗਣਾ ਚਾਹੀਦਾ ਹੈ। ਸੋ ਮੇਰੀ ਅਰਜ਼ ਹੈ ਵੀਰਾਂ ਨੂੰ, ਸ਼ੁਰੂ ਕਰਨ ਤੋਂ ਪਹਿਲਾਂ ਵੀਰਾਂ ਨੂੰ, ਭੈਣਾਂ ਨੂੰ, ਸੰਗਤ ਨੂੰ, ਸਾਡੇ ਆਡੀਅנס ਨੂੰ, ਕਿ ਤੁਸੀਂ ਬੇਸ਼ੱਕ ਸਵੇਰੇ 15 ਮਿੰਟ ਬਾਣੀ ਪੜੋ, ਘੰਟਾ ਨਾ ਪੜੋ, ਪਰ ਤੁਸੀਂ ਜੋ ਪੜ ਰਹੇ ਹੋ ਉਹ ਇੱਕ ਇੱਕ ਲਫ਼ਜ਼ ਤੇ ਰੁਕ ਕੇ ਪੜੋ। ਤੁਹਾਡੇ ਨਾਲ ਸਾਹਿਬ ਗੱਲਾਂ ਕਰ ਰਹੇ ਨੇ। ਉਹ ਕਹਿੰਦੇ ਨੇ ਨਾ, ਇੱਕ ਬੜੇ ਸਿਆਣੇ ਸੀ ਸਰਦਾਰ ਗੁਰਬਖਸ਼ ਸਿੰਘ, ਉਹ PAU ਦੇ ਸੀਗੇ। ਹੀ ਵਾਜ਼ ਅ ਗ੍ਰੇਟ ਇਕੋਨੋਮਿਸਟ, ਅ ਗ੍ਰੇਟ ਐਗਰੀਕਲਚਰਿਸਟ, ਅ ਗ੍ਰੇਟ ਪ੍ਰੋਫੈਸਰ ਤੇ ਗ੍ਰੇਟ ਸਿੱਖ। ਤੇ ਉਹ ਇੱਥੇ ਬਹੁਤ ਆਉਂਦੇ ਜਾਂਦੇ ਸੀ, ਬੱਚਿਆਂ ਦੇ ਕੈਂਪ ਵੀ ਲਾਉਂਦੇ ਹੁੰਦੇ ਸੀ। ਪਹਿਲਾਂ PAU 'ਚ ਵੀ ਉਹਨਾਂ ਨੇ ਕੈਂਪ ਲਾਏ। ਤੇ ਉਹ ਇਹੀ ਕਹਿੰਦੇ ਸੀ, ਉਦੋਂ ਵੀ ਉਹਨਾਂ ਦਾ ਇਹੀ ਕਹਿਣਾ ਹੁੰਦਾ ਸੀਗਾ ਕਿ ਤੁਹਾਨੂੰ ਮੈਂ ਹਫਤੇ 'ਚ ਗੁਰੂ ਨਾਨਕ ਨਾਲ ਗੱਲਾਂ ਕਰਨ ਲਾ ਦੂੰ। ਉਹ ਵਾਹ ਜੀ ਵਾਹ। ਲੋਕੀ ਕਹਿੰਦੇ ਲੈ ਗੁਰੂ ਨਾਨਕ ਨਾਲ ਕਿੱਥੋਂ ਗੱਲਾਂ ਕਰਨ ਲਾ ਦੇਣਗੇ, ਹਨਾ। ਤੇ ਕਹਿੰਦੇ ਲਾ ਦੂੰਗਾ, ਐਂਡ ਹੀ ਡਿਡ। ਉਹ ਬੱਚੇ ਨੂੰ ਪੁੱਛਦੇ ਸੀ ਤੂੰ ਗੁਰੂ ਨਾਨਕ ਨਾਲ ਗੱਲਾਂ, ਸਾਡੇ ਵਾਂਗੂ ਨਹੀਂ ਸੀ ਕਹਿੰਦੇ ਲੈ ਤੂੰ ਤੇ ਜਪਜੀ ਨਹੀਂ ਪੜਿਆ, ਹੁਣ ਇੱਕ ਓਂਕਾਰ ਵੀ ਨਹੀਂ ਪਤਾ ਹੁਣ। ਨੋ, ਉਹ ਕਹਿੰਦੇ ਅੱਛਾ ਤੁਸੀਂ ਆਪਣੇ ਗੁਰੂ ਨਾਨਕ ਨਾਲ ਗੱਲਾਂ ਕਰਨੀਆਂ, ਹੈ ਨਾ। ਉਹ ਜਿੱਦਾਂ ਤੁਸੀਂ ਦੇਖਿਆ ਮੇਰੀ ਛੋਟੀ ਦੋਤੀ ਨੂੰ, ਉਹ ਕੀ ਕਰਨਗੇ, ਬੱਚੇ ਤੁਹਾਨੂੰ ਬੜੇ ਧਿਆਨ ਨਾਲ ਵੇਖਦੇ ਆ ਤੇ ਉਹ ਜੱਜ ਕਰ ਲੈਂਦੇ ਵੀ ਇਹ ਫੇਕ ਹੈ ਕਿ ਐਵੇਂ ਬੰਦਾ ਫਜ਼ੂਲੀ ਗੱਲਾਂ ਕਰੀ ਜਾਂਦਾ, ਮਤਲਬ ਬੋਰਿੰਗ ਗੱਲਾਂ ਤੇ ਨਹੀਂ ਕਰਦਾ। ਇੱਕ ਸੈਂਸ ਹੁੰਦੀ ਹੈ ਹਰ ਜੀਵ 'ਚ ਜਿਹਨੇ ਜਨਮ ਲਿਆ, ਭਾਵੇਂ ਉਹ ਜਾਨਵਰ ਹੋਵੇ, ਭਾਵੇਂ ਇਹ ਤਾਂ ਫੇਰ ਹਿਊਮਨ ਬੀਇੰਗ ਨੇ। ਬੱਚੇ ਵੀ ਦੇਖਦੇ ਨੇ, ਬਹੁਤ ਜ਼ਿਆਦਾ ਬੱਚੇ ਨੂੰ ਪਤਾ ਹੁੰਦਾ। ਅਸੀਂ ਬੱਚੇ ਨੂੰ ਬਿਲਿਟਲ ਕਰਦੇ ਹਾਂ ਕਿ ਇਹਨੂੰ ਕੀ ਪਤਾ ਹੈ, ਉਹਨੂੰ ਬਹੁਤ ਪਤਾ ਹੁੰਦਾ ਹੈ। ਤੁਹਾਡੀ ਟੱਚ ਤੋਂ, ਤੁਹਾਡੀ ਆਵਾਜ਼ ਦੀ ਟੋਨ ਤੋਂ, ਤੁਹਾਡੀਆਂ ਅੱਖਾਂ ਤੋਂ, ਤੁਹਾਡੀ ਬਾਡੀ ਲੈਂਗੁਏਜ ਤੋਂ ਬੱਚਾ ਜੱਜ ਕਰਦਾ ਤੁਸੀਂ ਕਿੱਦਾਂ ਦੇ ਹੋ। ਬਿਲਕੁਲ। ਤੇ ਉਹਨਾਂ ਨੂੰ ਕਹਿੰਦੇ ਸੀ ਤੁਹਾਨੂੰ ਮੈਂ ਹਫਤੇ 'ਚ ਗੁਰੂ ਨਾਨਕ ਨਾਲ ਗੱਲਾਂ ਕਰਾ ਦੂੰ, ਗੁਰੂ ਤੇ ਬੋਲਦਾ ਹੈ। ਉਹ ਕਹਿੰਦੇ ਪਤਾ ਨਹੀਂ ਕੀ ਬੋਲ ਰਹੇ ਨੇ, ਹਨਾ, ਗੁਰੂ ਕਿੱਥੇ ਉਹ ਕਹਿੰਦੇ ਬੋਲ ਰਿਹਾ ਹੈ, ਤੁਸੀਂ ਆ ਅੱਖਰ ਤੇ ਪੜੋ, ਤੁਸੀਂ ਵਿਸ਼ਵਾਸ ਜਾਣੋ। ਮੈਂ ਉਹਨਾਂ ਦੇ ਦਰਸ਼ਨ ਕੀਤੇ, ਉਹਨਾਂ ਦੇ ਨਾਲ ਵੀ ਅਸੀਂ ਰਹੇ ਹਾਂ ਬੱਚਿਆਂ ਨੂੰ, ਔਰ ਬੜੀ ਖੁਸ਼ ਤਬੀਅਤ, ਐਡੇ ਲੰਮੇ ਉੱਚੇ ਸਿੱਧੇ ਹੁੰਦੇ ਸੀ ਤੇ ਬੜਾ ਸੋਹਣਾ ਸਮਝਾਉਂਦੇ ਸੀ ਆਪਣੀ ਲਾਈਫ ਤੋਂ, ਬੜੇ ਹੀ ਸਿੰਪਲ ਤਰੀਕੇ ਨਾਲ, ਖੁਸ਼ ਹੋ ਕੇ। ਤੇ ਕਹਿਣਾ ਚਲੋ ਫਿਰ ਪੰਜਾਬੀ ਪੜ੍ਹੀਏ, ਆ ਗੁਰੂ ਦੇ ਅੱਖਰ, ਹੁਣ ਗੁਰੂ ਦੀ ਤੇ ਆ ਬੋਲੀ ਹੈ, ਤੇ ਪਤਾ ਤੁਹਾਨੂੰ ਤੁਹਾਡਾ ਗੁਰੂ 200 ਬੋਲੀਆਂ ਬੋਲਦਾ ਸੀ, ਗੁਰੂ ਨਾਨਕ। ਕਹਿੰਦੇ ਵਾਲੇ ਓ ਮਾਈ ਗॉड, ਇਜ਼ ਇਟ? ਹਾਂ। ਫਿਰ ਉਹ ਐਗਜ਼ਾਮਪਲ ਦਿੰਦੇ ਸੀ ਗੁਰੂ ਗ੍ਰੰਥ ਸਾਹਿਬ ਚੋਂ। ਕਿੱਦਾਂ ਐਗਜ਼ਾਮਪਲ ਮੈਂ ਵੀ ਬਹੁਤ ਦਿੰਦੀ ਹਾਂ ਜਦੋਂ ਗੁਰਦੁਆਰੇ ਜਾਵਾਂ, ਤੇ ਮੈਂ ਕਿਹਾ ਗੁਰੂ ਨੇ ਲਿਖਿਆ, ਗੁਰੂ ਨਾਨਕ ਪਾਤਸ਼ਾਹ ਨੇ ਲਿਖਿਆ, ਯਕ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ, ਹਕਾ ਕਰੀਬ ਕਰੀਮ ਤੂੰ ਬੇਅਬ ਪਰਬਦਗਾਰ, ਦੁਨੀਆ ਮੁਕਾਮੇ ਫਾਨੀ ਦਿਲ ਹੇਚ ਨਾਦਾਨੀ। ਇਜ਼ ਇਟ ਪੰਜਾਬੀ? ਨੋ। ਵੈਰੀ ਗੁੱਡ। ਫਾਰਸੀ ਤੇ ਫਾਰਸੀ, ਅਰਬੀ। ਤੇ ਕਹਿੰਦੇ ਫਾਰਸੀ ਭਰਾ ਵੀ, ਅਰਬੀ ਬੋਲਣ ਵਾਲਾ ਭਰਾ ਵੀ ਗੁਰੂ ਦੀ ਫਟਾਫਟ ਸਮਝ ਜਾਏਗਾ। ਇਹ ਗੁਰਮੁਖੀ ਹੈ ਹੋ ਗਈ, ਹੈ ਨਾ, ਗੁਰਮੁਖੀ ਸਕ੍ਰਿਪਟ ਹੈ। ਤੇ ਲਿਖਿਆ ਦਰਜ ਉਹਨਾਂ ਨੇ ਫਾਰਸੀ ਅਰਬੀ ਨੂੰ ਗੁਰਮੁਖੀ ਸਕ੍ਰਿਪਟ ਕੀਤਾ। ਵਾਟ ਅ ਬਲੈਸਿੰਗ। ਤੇ ਅਸੀਂ ਗੁਰਮੁਖੀ ਨਾ ਪੜ੍ਹੀਏ, ਇਹ ਕਿੱਦਾਂ ਹੋ ਸਕਦਾ ਹੈ? ਫਿਰ ਤੁਸੀਂ ਗੁਰੂ ਨਾਲ ਕਿਸ ਤਰ੍ਹਾਂ ਗੱਲ ਕਰੋਗੇ, ਆਪਣੇ ਪਿਓ ਨਾਲ ਜੁੜੋਗੇ ਕਿੱਦਾਂ? ਤੇ ਸੁਰਤ ਨੇ ਜੁੜਨਾ ਹੈ। ਐਨੀਵੇਜ਼, ਤੇ ਗੁਰੂ ਜੀ ਨੇ ਸਾਨੂੰ ਹੁਣ ਟੁੰਡੇ ਅਸਰਾਜੇ ਕੀ ਧੁਨੀ ਦੀ ਗੱਲ ਕਰ ਲਈ, ਕਿਉਂਕਿ ਉਹਦੀ ਕਾਫੀ ਹੁਣ ਚਰਚਾ ਹੈ। ਤੇ ਪ੍ਰੋਫੈਸਰ ਸੁਰਿੰਦਰ ਸਿੰਘ ਹੈਗੇ ਤੁਹਾਡੇ ਨਾਮ ਵਾਲੇ, ਰਾਜ ਅਕੈਡਮੀ UK ਦੇ, ਉਹਨਾਂ ਨੇ ਉਹ ਧੁਨੀ ਹੁਣ ਲੱਭੀ ਕਿਤੋਂ? ਉਹ ਬਹੁਤ, ਮੈਂ ਉਹਨਾਂ ਨੂੰ ਦੇਖਦਾ YouTube ਦੇ ਉੱਤੇ। ਹਾਂ, ਮੈਂ ਜ਼ਰੂਰ ਉਹਨਾਂ ਨੂੰ ਇੰਟਰਵਿਊ ਕਰਨਾ ਚਾਹਾਂਗਾ। ਬਹੁਤ ਸੋਹਣਾ ਕੰਮ ਕੀਤਾ ਉਹਨਾਂ ਨੇ, ਬਹੁਤ ਸੋਹਣਾ। ਐਂਡ ਮੈਂ ਉਹਨਾਂ ਤੋਂ ਸੁਣੀ ਸੀ ਪਹਿਲੀ ਵਾਰ। ਤੇ ਹੁਣ ਮੇਰੇ ਟੀਚਰ ਨੇ ਰਬਾਬ ਦੇ, ਨਵਜੋਤ ਸਿੰਘ ਰਬਾਬੀ, ਉਹ ਹਰੀ ਕੇ ਪਤਨ ਤੋਂ ਨੇ, ਹੁਣ ਇੱਥੇ ਕੰਮ ਕਰਦੇ ਨੇ। ਉਹ ਵੀ ਉਹਨਾਂ ਨੇ ਉਹੀ ਧੁਨੀ ਗਾਈ ਤੇ ਤੁਸੀਂ ਹੈਰਾਨ ਹੋ ਜਾਓਗੇ ਕਿ ਜਿਹੜੀ ਪ੍ਰਚਲਿਤ ਕਰ ਦਿੱਤੀ ਗਈ ਸੀ। ਹੁਣ ਕਈਆਂ ਨੂੰ ਠੀਕ ਨਹੀਂ ਲੱਗਣਾ, ਪਰ ਮਾਫ ਕਰਨਾ, ਗੁਰੂ ਨੇ ਜਿਹੜੀ ਆਸਾ ਕੀ ਵਾਰ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ ਹੈ, ਸਾਨੂੰ ਉੱਦਾਂ ਗਾਉਣੀ ਚਾਹੀਦੀ, ਉੱਦਾਂ ਪੜ੍ਹਨੀ ਚਾਹੀਦੀ ਹੈ। ਆਪੇ ਛੰਤ ਲਾ ਲਓ, ਆਪੇ ਵਿੱਚ ਸ਼ਬਦ ਵਾੜ ਦਿਓ। ਹੁਣ ਛੰਤ ਤੇ ਵਾਰ ਦਾ ਕੁਝ ਮਿਲਦਾ ਹੀ ਨਹੀਂ ਆਪਸ 'ਚ। ਛੰਤ ਮੰਗਲ ਦੇ ਗੀਤ ਹੁੰਦੇ, ਖੁਸ਼ੀ ਦੇ ਗੀਤ, ਸੋਹਿਲੜੇ ਜਿਵੇਂ ਗਾਈਦੇ, ਸੋਹਿਲੜੇ ਵੀ ਹੈਗੇ ਆ, ਫੁਨਹੇ ਹੈਗੇ ਆ ਨਾ, ਚੌਬੋਲੇ ਹੈਗੇ ਆ, ਸਵਈਏ ਹੈਗੇ ਆ। ਤੇ ਛੰਤ ਖੁਸ਼ੀ ਦੇ ਗੀਤ ਨੇ, ਘੋੜੀਆਂ ਵੀ ਵਿੱਚ ਆ ਗਈਆਂ, ਘੋੜੀਆਂ ਵੀ ਆਉਂਦੀਆਂ, ਪਰ ਵਾਰ ਨਹੀਂ ਹੈ।
ਵਾਰ ਤੇ ਤੁਹਾਨੂੰ ਰਸ ਦੇ ਮਤਲਬ ਵਿੱਚ। ਤਗੜੇ ਕਰਨ ਨੂੰ ਬਲਵਾਨ ਕਰਨ ਲਈ ਬਣੀ ਹੋਈ ਹੈ। ਹੁਣ ਲੱਲਾ ਬਹਿਲੀਮਾ ਕੀ ਧੁਨੀ ਵੀ ਹੈਗੀ ਹੈ। ਵਾਰ ਜਦੋਂ ਵਾਰ ਦਾ ਕੀਰਤਨ ਹੁੰਦਾ ਹੋਵੇ ਤਾਂ ਜਿਹੜਾ ਸੰਗਤ ਦੇ ਵਿੱਚ ਜੁੜਿਆ ਹੋਇਆ ਉਹ ਸੁਚੇਤ ਹੋਏਗਾ, ਸੁਚੇਤ ਔਰ ਬੀਰ ਰਸ ਜਾਗਦਾ ਚਾਹੇਗਾ, ਹੋਏਗਾ, ਤਾਕਤ ਚਾਹੇਗਾ ਉਹਦੇ ਚ। ਜਦੋਂ ਉਹ ਹੈਗਾ ਨਾ, ਜਦੋਂ ਤੁਸੀਂ ਗਾਉਣੀ ਹੈ ਤੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੋਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ, ਐਦਾਂ ਨਾਲ ਢੱਡ ਵੱਜਦੀ ਹੈ ਤੇ ਨਾਲ ਰਬਾਬ ਵੱਜਦੀ ਹੈ। ਢੱਡ ਉਹਨਾਂ ਨੇ ਵਜਾਈ ਹੈ ਕਿ ਢੱਡ ਹਮੇਸ਼ਾ ਢੱਡ ਹੀ ਵਜਾਉਂਦੇ ਆ ਸਾਰੰਗੀ ਦੇ ਨਾਲ। ਢੱਡ ਤੇ ਸਾਰੰਗੀ ਸਾਨੂੰ ਕਿਹੜੇ ਗੁਰੂ ਸਾਹਿਬ ਨੇ ਦਿੱਤੀ? ਗੁਰੂ ਹਰਗੋਬਿੰਦ ਛੇਵੇਂ ਪਾਤਸ਼ਾਹ ਨੇ। ਹਾਂ, ਕਿਉਂ ਦਿੱਤੀ ਹੈ? ਕਿ ਉਹਨਾਂ ਦੇ ਟਾਈਮ ਸਿੱਖ ਫੌਜ ਲੜਨਾ ਸ਼ੁਰੂ ਹੋ ਗਈ ਸੀ ਜ਼ੁਲਮ ਦੇ ਖਿਲਾਫ। ਜ਼ਾਲਮ ਘੋੜੇ ਦੀਆਂ ਟਾਪਾਂ ਦੇ ਨਾਲ, ਘੋੜਾਂ ਦੇ ਟਾਪਾਂ, ਮਤਲਬ ਉਹ ਤੁਹਾਡੇ ਅੰਦਰ ਉਹ ਚੀਜ਼ ਪੈਦਾ ਕਰਦੀ ਹੈ ਕਿ ਤੁਸੀਂ ਯੂ ਫੀਲ ਲਾਈਕ ਓਕੇ ਐਦਾਂ ਕਰਨਾ। ਹੁਣ ਉਹਨਾਂ ਨੇ ਜਿਹੜਿਆਂ ਦੀ ਧੁਨੀਆਂ ਦੇ ਉੱਤੇ ਟਾਈਟਲ ਦਿੱਤੇ ਉਹ ਪੰਜਾਬ ਦੇ ਹੀਰੋ ਨੇ। ਉਹ ਉਸ ਸਮੇਂ ਦੇ ਪੰਜਾਬ ਦੇ ਹੀਰੋ ਸੀਗੇ। ਰੋਬਿਨ ਹੁੱਡ ਸੀਗੇ। ਭੱਟੀ ਰਾਜ, ਰੋਬਿਨ ਹੁੱਡ ਵੀ ਕਹਿ ਲਓ ਤੇ ਜਾਂ ਸਿੱਧੇ ਜਿਹੜੇ ਲੜੇ। ਹੁਣ ਟੁੰਡਾ ਸਰਾਜ ਵੀ ਲੜਿਆ ਸੀ, ਉਹਦਾ ਰਾਜ ਖੋਲਿਆ ਸੀ ਉਹਦੇ ਭਰਾ ਨੇ। ਤੇ ਆਪਣੇ ਭਰਾ ਕੋਲੋਂ ਟੁੰਡਾ ਮਤਲਬ ਉਹਦਾ ਹੱਥ ਵੜਤਾ ਸੀ ਪਹਿਲਾਂ ਉਹਨਾਂ ਨੇ, ਇੱਕੋ ਹੱਥ ਸੀ, ਪਰ ਉਹ ਇੱਕ ਹੱਥ ਨਾਲ ਲੜ ਕੇ ਵੀ ਜਿੱਤ ਗਿਆ। ਤੇ ਮਹਾਰਾਜ ਕਹਿੰਦੇ ਉੱਠ, ਤੇਰਾ ਜੇ ਮਨ ਟੁੰਡਾ ਹੋਇਆ, ਤੂੰ ਖੁੰਡਾ ਹੋ ਗਿਆ, ਉੱਠ ਕੇ ਲੜ ਆਪਣੇ ਵਿਕਾਰਾਂ ਦੇ ਨਾਲ। ਤਾਂ ਅਸੀਂ ਕੱਲ ਪੜਿਆ ਸੀ ਨਾ, ਬਲਿਹਾਰੀ ਗੁਰੇ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਫਿਰ ਕਹਿੰਦੇ ਜੇ ਸੋਚਣ, ਫਿਰ ਅੱਗੇ ਲਿਖਦੇ ਮਹਾਰਾਜ ਕਿ ਗੁਰੂ ਤੇ ਆ ਕਰਦਾ ਪਰ ਬੰਦਿਆ ਤੂੰ ਕੀ ਕਰਦਾ ਹੈ? ਉਹ ਕਹਿੰਦੇ ਨਾਨਕ ਗੁਰੂ ਨਾ ਚੇਤਨੀ, ਇਹ ਸ਼ਲੋਕ ਹੈ ਮਹਾਰਾਜ ਦਾ ਪੌੜੀ ਤੋਂ ਪਹਿਲਾਂ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਬੜੇ ਸਿਆਣੇ ਬਣੇ ਆ। ਸੁਚੇਤ ਮਤਲਬ ਬੜਾ, ਮੈਂ ਤਾਂ ਕੌਨਸ਼ੀਅਸ, ਮੈਨੂੰ ਤਾਂ ਲੋੜ ਹੀ ਕੁਛ ਨਹੀਂ। ਗੁਰੂ ਨੂੰ ਹੁਣ ਠੀਕ ਹੈ ਭਾਈਆਂ ਨੂੰ ਦਿੱਤਾ, ਬਈ ਪੜੋ ਭਾਈ, ਮੇਰੇ ਘਰ 'ਚ ਖੰਡ ਪਾਠ ਰੱਖ ਦਿਓ ਤੇ ਮੈਂ ਤਾਂ ਉੱਥੇ ਪਕੌੜੇ ਖਾਣੇ ਆ ਤੇ ਲੋਕੀ ਆਉਣ ਡੇ ਚਾਹ ਪਿਉਣੀ ਹੈ ਤੇ ਮੈਂ ਕਿ ਹੁਣ ਠੀਕ ਹੈ ਮੇਰੇ ਘਰ 'ਚ ਹੋ ਰਿਹਾ ਪਾਠ। ਜਸਟ ਲਾਈਕ ਕਰਮ ਕਾਂਡ ਜਿਹੜਾ ਚੱਲਦਾ ਆ ਰਿਹਾ ਉੱਥੇ ਪੁਰਾਣੇ ਉਸ ਸਮਾਜ ਦੇ ਅੰਦਰ, ਇੰਡੀਅਨ ਸਮਾਜ ਦੇ ਅੰਦਰ। ਪਰ ਗੁਰੂ ਕਹਿੰਦਾ ਤੂੰ ਵੇਖ ਕਰ ਕੀ ਰਿਹਾ ਹੈ? ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਫਿਰ ਅੱਗੇ ਉਹਨਾਂ ਨੇ ਉਹਦੇ ਨਾਲ ਸਾਨੂੰ ਐਗਜ਼ਾਮਪਲ ਦੇ ਕੇ ਸਮਝਾਇਆ, ਕਿਉਂਕਿ ਆਪਾਂ ਕਿਰਤੀ ਬੰਦੇ, ਧਰਤੀ ਨਾਲ ਜੁੜੇ ਹੋਏ ਆ ਪੰਜਾਬ ਵਾਲੇ, ਹੈ ਨਾ। ਸਾਡਾ ਜ਼ਮੀਰ ਤੇ ਸਾਡੀ ਸੁਰਤ ਧਰਤੀ ਚੋਂ ਮੈਸੇਜ ਲੈਂਦੀ ਹੈ, ਕਿਉਂਕਿ ਆਪਾਂ ਬੜੇ ਅਮੀਰ ਧਰਤੀ ਦੇ ਮਾਲਕ ਹਾਂ। ਉਸ ਧਰਤੀ ਚੋਂ ਉਗਾ ਕੇ ਸਾਨੂੰ ਸਭ ਕੁਝ ਹੁੰਦਾ ਸੀ। ਵੀ ਵਰ ਸੈਲਫ ਸਸਟੇਨਡ, ਵੀ ਡਿਡਨਟ ਨੀਡ ਐਨੀਥਿੰਗ ਫਰੋਮ ਆਊਟਸਾਈਡ। ਸਾਡਾ ਜੀਵਨ ਐਡਾ ਸੋਹਣਾ ਸੀ, ਹੁਣ ਵੀ ਹੈ ਜੇ ਬਣਾਉਣਾ ਚਾਹੀਏ ਤਾਂ। ਐਵਰੀਥਿੰਗ, ਕੱਪੜਾ, ਕਪਾਹ, ਸਭ, ਖਾਣਾ ਪੀਣਾ। ਲੂਣ ਸਾਡੇ ਅੱਜ ਪਾਕਿਸਤਾਨ ਨੂੰ ਆ ਰਿਹਾ, ਜਿਹੜਾ ਪੰਜਾਬ ਦੀ ਧਰਤੀ ਸਾਰਾ ਲੂਣ ਸੀ ਨਾ, ਅੱਜ ਹੁਣ ਉਹਨੂੰ ਕਹਿੰਦੇ ਉਹ ਤਾਂ ਬੈਸਟ ਲੂਣ ਹੈ। ਉੱਥੇ ਲੂਣ ਵੀ ਹੈਗਾ, ਉਹਨੂੰ ਕਹਿੰਦੇ ਹਿਮਾਲੀਅਨ ਲੂਣ। ਉਹ ਹਿਮਾਲਿਆ ਦਾ ਕੋਈ ਨਹੀਂ ਹੈਗਾ, ਉਹ ਤਾਂ ਪੰਜਾਬ ਦੀ ਧਰਤੀ, ਪੰਜਾਬ ਦੀ ਧਰਤੀ ਲੂਣ ਹੈ। ਉਹ ਪੰਜਾਬ ਦਾ ਲੂਣ ਹੈ ਔਰ ਉਹਨੂੰ ਵੱਡ ਖਾਂਦੇ ਆ। ਹੁਣ ਇੱਥੋਂ ਤੱਕ ਆ ਰਿਹਾ ਜਿਹੜੇ ਮਹਿੰਗਾ ਪਿੰਕ ਲੂਣ, ਸਾਰੇ ਫਿਰ ਨਮਕ ਹਰਾਮੀ ਹੋ ਰਹੇ ਨੇ। ਹਾਂਜੀ ਪੰਜਾਬ ਦਾ ਹਾਂਜੀ, ਪੰਜਾਬ ਦਾ ਖਾ ਕੇ। ਪਾਣੀ ਸਾਡਾ ਸਭ ਤੋਂ ਮਿੱਠਾ ਦੁਨੀਆ 'ਚ, ਉਹਨਾਂ ਦੂਸ਼ਿਤ ਕੀਤਾ ਫॉर ਅ ਰੀਜ਼ਨ। ਸਤਲੁਜ ਦਾ ਪਾਣੀ ਦੁਨੀਆ ਭਰ ਦੇ ਵਿੱਚ, ਹਾਂ, ਪਰ ਹੁਣ ਇਹਨਾਂ ਨੇ ਗੰਦਾ ਕਰਤਾ, ਸਾਰਾ ਹੀ ਗੰਦਾ ਕਰਤਾ, ਸਾਰੇ ਸਾਡੇ ਦਰਿਆ ਖੋਲੇ। ਸੋ ਗੁਰੂ ਜੀ ਕਹਿੰਦੇ ਨੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਫਿਰ ਕਹਿੰਦੇ ਤੇਰਾ ਹਾਲ ਕੀ ਹੋਏਗਾ? ਛੁੱਟੇ ਤਿਲ ਬੁਆੜ ਜਿਉ ਸੁਣਨੇ ਅੰਦਰ ਖੇਤ। ਬੁਆੜ ਦਾ ਬੂਟਾ ਵੀ ਤਿਲਾਂ ਵਰਗਾ ਹੀ ਹੁੰਦਾ। ਤਿਲ ਦੀ ਖੇਤੀ ਬਹੁਤ ਹੁੰਦੀ ਸੀ ਪੰਜਾਬ 'ਚ, ਹੁਣ ਨਹੀਂ ਹੁੰਦੀ। ਵਾਈ? ਕਿਉਂ ਝੋਨਾ ਕਣਕ ਲਾ ਕੇ ਬਰਬਾਦ ਕਰ ਰਹੇ ਹੋ ਆਪਣੀ ਧਰਤੀ ਨੂੰ? ਤੁਹਾਨੂੰ ਕਿੰਨੇ ਲਾਇਆ ਇਸ ਬੰਨੇ? ਤੇ ਤੁਸੀਂ ਕਿਉਂ ਨਹੀਂ ਸੁਚੇਤ ਸੀਗੇ ਕਿ ਅਸੀਂ ਨਹੀਂ ਇੰਨੀ ਕਣਕ ਝੋਨਾ ਬੀਜਣਾ? ਤੁਸੀਂ ਕਿਉਂ ਨਹੀਂ ਕੋਧਰਾ ਬੀਜਿਆ? ਗੁਰੂ ਤਾਂ ਕੋਧਰਾ ਖਾਂਦਾ ਹੈ। ਭਾਈ ਲਾਲੋ ਦੇ ਘਰ ਜਾ ਕੇ ਤੁਹਾਨੂੰ ਕੋਧਰਾ ਕਿੱਥੋਂ ਭੁੱਲ? ਹੁਣ ਤੁਸੀਂ ਮਿਲਟਸ ਲਿਆ ਰਹੇ ਹੋ। ਛੋਲੇ ਬਹੁਤ ਹੁੰਦੇ ਸੀ, ਛੋਲੇ ਬਹੁਤ ਹੁੰਦੇ ਸੀ, ਐਂਡ ਐਵਰੀਥਿੰਗ ਇਜ਼ ਪ੍ਰੋਟੀਨ, ਰਾਈਟ? ਦਾਲਾਂ ਬਹੁਤ ਹੁੰਦੀਆਂ, ਦਾਲਾਂ, ਛੋਲੇ ਜਿਹੜੇ ਹੈਗੇ ਆ, ਤੁਹਾਡਾ ਵੇਸਣ, ਕਚੱਕੀਆਂ ਪੀ ਕੇ ਅਸੀਂ ਖਾਧਾ, ਵੱਡਿਆਂ ਨੇ ਸਾਨੂੰ ਖਵਾਇਆ। ਹੁਣ ਕਹਿਣ ਦਾ ਭਾਵ ਹੈ ਕਿ ਮਹਾਰਾਜ ਕਹਿੰਦੇ ਛੁੱਟੇ ਤਿਲ ਬੁਆੜ ਜਿਉ ਸੁਣਨੇ ਅੰਦਰ ਖੇਤ। ਤਿਲਾਂ ਦੇ ਬੂਟੇ 'ਚ ਬੁਆੜ ਵੀ ਉੱਗ ਜਾਂਦਾ, ਉਹ ਬੜਾ ਲੰਮਾ ਉੱਚਾ ਹੁੰਦਾ ਹੈ, ਉਹਦੇ 'ਚ ਵੀ ਫਲੀਆਂ ਲੱਗਦੀਆਂ ਤਿਲਾਂ ਵਰਗੀਆਂ। ਪਰ ਹੁੰਦਾ ਕੀ ਹੈ? ਉਹ ਕਹਿੰਦੇ ਛੁੱਟੇ ਤਿਲ ਬੁਆੜ ਜਿਉ ਸੁਣਨੇ ਅੰਦਰ ਖੇਤ। ਫਿਰ ਕਹਿੰਦੇ ਖੇਤੇ ਅੰਦਰ ਛੁੱਟਿਆਂ। ਕਿਸਾਨ ਬੜਾ ਸਿਆਣਾ ਹੈ ਸਾਡਾ ਪਿਓ ਅਕਾਲ ਪੁਰਖ ਗੁਰੂ ਨਾਨਕ ਵੀ ਬਹੁਤ ਸਿਆਣਾ, ਉਹਨੂੰ ਪਤਾ ਆ ਮੇਰੇ ਖੋਟੇ ਚੰਗੇ ਸਿੱਕੇ ਕਿਹੜੇ ਆ। ਉਹ ਨਹੀਂ ਪਰਵਾਹ ਕਰਦਾ, ਐਵੇਂ ਨਾ ਭੁੱਲਿਆ ਕਰੋ ਜੀ, ਗੁਰੂ ਤੇ ਸਭ ਨੂੰ ਪਿਆਰ ਕਰਦਾ। ਮਾਪੇ ਵੀ ਚੰਗੇ ਧੀ ਪੁੱਤ ਨੂੰ ਹੀ ਪਿਆਰ ਕਰਦੇ ਆ। ਹੁਣ ਕਰਨ ਕੀ ਗਲੇ ਪੈ ਗਏ ਨਾ ਉਹਨਾਂ ਦੇ, ਉਹ ਕੱਢ ਤੇ ਸਕਦੇ ਨਹੀਂ ਬਾਹਰ, ਪਰ ਪਿਆਰ ਤੇ ਨਹੀਂ ਕਰਦੇ। ਤੁਸੀਂ ਕਹਿੰਦੇ ਚੰਗਾ ਹੁੰਦਾ ਤੇ ਉਹ ਜੰਮਦਾ ਹੀ ਨਾ, ਕਰ ਕੀ ਰਿਹਾ ਤੂੰ? ਪਿਓ ਦੀ ਪੱਗ ਨੂੰ ਲਾਜ ਲਾਤੀ, ਧੀ ਜਿਹੜੀ ਭੈੜੇ ਕੰਮ ਕਰਦੀ, ਕਹਿੰਦੇ ਚੰਗਾ ਹੁੰਦਾ ਤੂੰ ਜੰਮਦੀ ਹੋਈ ਮਰ ਜਾਂਦੀ।
ਜੇ ਤੂੰ ਆਹ ਕੰਮ ਕਰਨੇ ਸੀ, ਸਾਡਾ ਗੁਰੂ ਨਹੀਂ ਕਹਿੰਦਾ ਹੋਣਾ ਸਾਨੂੰ, ਹਵਾ 'ਚ ਹੀ ਉਹਨੇ ਸਾਨੂੰ ਪਿਆਰ ਕਰੀ ਜਾਣਾ। ਹੀ ਡਜ਼ਨਟ, ਉਹ ਬੇਪਰਵਾਹ ਹੈ। ਫਿਰ ਉਹ ਕਹਿੰਦੇ ਆ ਖੇਤੇ ਅੰਦਰ ਛੁੱਟਿਆ ਕੋ ਨਾਨਕ ਸੋ ਨਾਹ, ਨਾਹ ਦਾ ਮਤਲਬ ਮਾਲਕ। ਕਹਿੰਦੇ ਸਿਆਣਾ ਕਿਸਾਨ ਤਿਲਾਂ ਦੇ ਬੂਟਿਆਂ ਨੂੰ ਲੈ ਜਾਂਦਾ ਉੱਥੋਂ ਤੇ ਬੁਆੜ ਨੂੰ ਛੱਡ ਦਿੰਦਾ ਹੈ। ਉਹਦੀਆਂ ਵੀ ਫਲੀਆਂ ਲੱਗੀਆਂ ਪਰ ਉਹਦੇ ਸਵਾਹ ਹੈ ਨਾ, ਉਹ ਛੱਡ ਦਿੰਦਾ ਵੀ ਤੂੰ ਨਹੀਂ ਮੇਰੇ ਕਿਸੇ ਕੰਮ ਦਾ, ਮੈਂ ਤਿਲਾਂ ਦੇ ਬੂਟੇ ਤਾਂ ਲੈ ਕੇ ਜਾ ਰਿਹਾ ਨਾ, ਉਹ ਤਿਲ ਨਿਕਲਨੇ ਆ। ਫਿਰ ਕਹਿੰਦੇ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੌ ਨਾਹ, ਜੋ ਤੂੰ ਛੁੱਟ ਗਿਆ ਖੇਤ ਦੇ ਅੰਦਰ ਬੁਆੜ ਦੇ ਬੂਟਿਆ, ਤੇਰੇ 100 ਮਾਲਕ ਬਣਨਗੇ, ਵਾਗੀ ਆਉਣਗੇ, ਲੋਕੀ ਆਉਣਗੇ, ਤੈਨੂੰ ਮਿੱਧਣਗੇ, ਤੈਨੂੰ ਬਰਬਾਦ ਕਰਨਗੇ। ਕਿਉਂ? ਉਹ ਕਹਿੰਦੇ ਫਲੀਏ ਫੁੱਲੀਏ ਬੱਪੁੜੇ ਭੀ ਤਨ ਵਿੱਚ ਸੁਆ, ਤੂੰ ਫਲਿਆ ਵੀ, ਤੂੰ ਫੁੱਲਿਆ ਵੀ, ਤੈਨੂੰ ਫੁੱਲ ਵੀ ਲੱਗੇ, ਤੈਨੂੰ ਫਲੀਆਂ ਵੀ ਲੱਗੀਆਂ, ਪਰ ਅਖੀਰ ਤੇਰੇ 'ਚ ਸਵਾਹ ਹੀ ਸੀ ਤੇ ਤੈਨੂੰ ਛੱਡ ਦਿੱਤਾ ਗਿਆ ਪੈਲੀ 'ਚ। ਸਿੱਖੋ ਆਪਣਾ ਕੀ ਹਾਲ ਹੋ। ਸੋ ਇਹ ਗੱਲ ਬੜੀ ਸਪਸ਼ਟ ਹੈ ਕਿ ਗਾਵੀਏ ਵਾਲੀ ਜਿਹੜੀ ਪੌੜੀ ਹੈ ਉਹਦੇ 'ਚ ਸਤਿਗੁਰਾਂ ਨੇ ਸਪਸ਼ਟ ਕਰ ਦਿੱਤਾ ਕਿ ਗਾਉਣਾ ਕੀ ਹੈ, ਗਾਉਣਾ ਕਿਵੇਂ ਹੈ, ਹੱਥ ਕੌਣ ਗਾ ਗਾਉਂਦੇ ਕੇ ਮਿਲਣਾ ਕੀ ਹੈ, ਜਾਂ ਤੇ ਸਾਰਾ ਕੁਝ ਮਤਲਬ ਉਹ ਜ਼ਰੂਰ ਦੇਖੋ ਅਸੀਂ ਹੁਣ ਪੜ੍ਹੀ ਸੀ ਜਿਹੜਾ ਪੌੜੀ, ਟੂ ਬੀ ਕਰੈਕਟ, ਉਹ ਮਹਾਰਾਜ ਸ਼ੁਰੂ ਕਰਦੇ ਆ। ਇਹ ਸਾਨੂੰ ਇਹ ਬੜੀ ਸੌਖੀ ਪੌੜੀ ਹੈ, ਕੋਈ ਇੰਨੀ ਮੁਸ਼ਕਿਲ ਵੀ ਨਹੀਂ ਜਿਹੜੀ ਸਾਨੂੰ ਡਿਟੇਲ ਦੇ ਵਿੱਚ ਉਹਦੀ ਸਾਨੂੰ ਕਰਨੀ ਪਏ ਵਿਆਖਿਆ। ਗਾਵੇ ਕੋ ਇੱਥੇ ਰੁਕਣਾ ਹੈ, ਤਾਣ ਹੋਵੇ ਕਿਸੇ ਤਾਣ, ਜਿਨ੍ਹਾਂ ਦੇ ਕੋਲ ਕਈਆਂ ਦੇ ਵਿੱਚ ਬੜੀ ਸਮਰੱਥਾ ਹੁੰਦੀ ਹੈ, ਉਹ ਰੱਬ ਦੇ ਤਾਣ ਨੂੰ ਗਾਉਂਦਾ ਵੀ ਰੱਬ ਐਡਾ ਬਲੀ ਹੈ। ਗਾਵੇ ਕੋ ਦਾਤ ਜਾਣੇ ਨਿਸ਼ਾਨ, ਕੁਛ ਤੈਨੂੰ ਗਾਉਂਦੇ ਤੇਰੀਆਂ ਦਾਤਾਂ ਨੂੰ ਤੇਰਾ ਨਿਸ਼ਾਨ ਜਾਣਦੇ ਨੇ। ਗਾਵੇ ਕੋ ਗੁਣ ਵਡਿਆਈਆਂ ਚਾਰ, ਤੇਰੀਆਂ ਵਡਿਆਈਆਂ ਸੋਹਣੀਆਂ ਵਡਿਆਈਆਂ। ਹੁਣ ਕਿਹੜੀਆਂ ਸੋਹਣੀਆਂ? ਉਹ ਦਇਆਵਾਨ ਹੈ, ਉਹ ਮਿਹਰਬਾਨ ਹੈ, ਉਹ ਪ੍ਰਤਿਪਾਲਕ ਹੈ, ਉਹ ਤੁਹਾਨੂੰ ਗੱਲ ਨਾ ਲਾਉਣ ਵਾਲਾ ਹੈ, ਉਹ ਤੁਹਾਨੂੰ ਵਡਿਆਈਆਂ ਦਿੰਦਾ ਹੈ, ਤੁਹਾਨੂੰ ਤਾਕਤ ਦਿੰਦਾ। ਉਹ ਕਹਿੰਦੇ ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਕਈ ਉਹਦੀ ਜਿੱਦਾਂ ਤੁਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ, ਇਸ ਵਿਦਿਆ ਦੇ ਵਿਖਮ ਵਿਚਾਰ ਨੂੰ ਵਿਆਖਿਆ ਕਰ ਕਰਕੇ ਹੀ ਤੈਨੂੰ ਗਾਉਂਦੇ, ਜਿਵੇਂ ਆਪਾਂ ਗਾ ਰਹੇ ਹਾਂ ਹੁਣ ਇਸ ਟਾਈਮ। ਤੇ ਅਸੀਂ ਇਹ ਤੁਕ ਸਾਡੇ ਤੇ ਮਤਲਬ ਗੁਰੂ ਮਹਾਰਾਜ ਨੇ ਮਿਹਰ ਕਰਕੇ ਅਸੀਂ ਇਹਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕਰ ਸਕਦੇ ਹਾਂ। ਗਾਵੇ ਕੋ ਵਿਦਿਆ ਵਿਖਮ ਵਿਚਾਰ। ਹੁਣ ਗੁਰਬਾਣੀ ਦੇ ਵਿਚਾਰ ਇੰਨੇ ਸੌਖੇ ਵੀ ਨਹੀਂ ਨੇ, ਵਿਖਮ ਨੇ। ਤੁਹਾਨੂੰ ਵਿਖਮ ਵਿਖੜਾ ਨਹੀਂ ਜੀ, ਤੇ ਮਤਲਬ ਔਖਾ, ਔਖ ਦੇ ਨਾਲ ਵਿਖੜਾ ਪੈਂਡਾ, ਜਿਵੇਂ ਔਖਾ ਪੈਂਡਾ ਨਹੀਂ, ਔਖਾ ਪੈਂਡਾ ਨਹੀਂ ਹੈ। ਜਿੱਦਾਂ ਹੁਣ ਮੰਨ ਲਓ ਡਾਕਟਰੀ ਦੀ ਪੜ੍ਹਾਈ ਹੈ, ਮੈਂ ਤੁਹਾਨੂੰ ਸਿੰਪਲ ਐਗਜ਼ਾਮਪਲ ਦੇਵਾਂ। ਹੁਣ ਮੈਡੀਸਨ ਦੀ ਪੜ੍ਹਾਈ ਔਖੀ ਹੈ ਬਹੁਤ, ਕਿਉਂਕਿ ਤੁਹਾਨੂੰ ਬਹੁਤ ਕੁਝ ਪੜ੍ਹਨਾ ਪੈਂਦਾ ਔਰ ਬਹੁਤ ਲੰਮਾ ਟਾਈਮ ਪੜ੍ਹਨਾ ਪੈਂਦਾ, ਤਾਂ ਤੁਹਾਡੇ ਦਿਮਾਗ 'ਚ ਜਾ ਕੇ ਉਹਦੀ ਮੈਮਰੀ ਸਟਿਕ ਕਰਦੀ ਹੈ। ਤੁਸੀਂ ਸਮਝੋਗੇ ਤਾਂ ਜੇ ਬਾਰ-ਬਾਰ ਉਸ ਚੀਜ਼ ਨੂੰ ਧਿਆਓਗੇ, ਰਟੋਗੇ, ਪੜੋਗੇ, ਫਿਰ ਉਹਨੇ ਜਾ ਕੇ ਉਹੀ ਵਿਖਮ ਔਖਾ ਕਾਫੀ। ਉਹ ਵਿਖਮ ਹੀ ਕਿ ਵਿਖਮ ਔਖਾ ਕਠਨ, ਇਹ ਔਜੜਾ ਨਹੀਂ ਹੈ। ਔਜੜਾ ਇਜ਼ ਨੈਗੇਟਿਵ। ਇਹ ਤੁਸੀਂ ਤੇ ਲਿਟਰੇਰੀ ਸਟੂਡੈਂਟ ਹੋ ਗਏ ਹੋ, ਜਾਂ ਅਸੀਂ ਆਪਣੇ ਦਰਸ਼ਕਾਂ ਲਈ ਵੀ ਦੱਸ ਦਈਏ ਕਿ ਇੱਕ ਵਰਡ ਦੀ ਇੱਕ ਨੈਗੇਟਿਵ ਕੋਨੋਟੇਸ਼ਨ ਹੁੰਦੀ ਹੈ, ਇੱਕ ਪੋਜ਼ਿਟਿਵ ਕੋਨੋਟੇਸ਼ਨ ਹੈ। ਤੇ ਦਿਸ ਇਜ਼ ਅ ਪੋਜ਼ਿਟਿਵ ਕੋਨੋਟੇਸ਼ਨ, ਇਟਸ ਨਾਟ ਨੈਗੇਟਿਵ। ਤੇ ਜਿੱਦਾਂ ਅਸੀਂ ਕਿਸੇ ਨੂੰ ਜਿਹੜਾ ਕੰਮ ਕਰਨ ਤੂੰ ਜਾ ਰਿਹਾ ਹੈ ਇਹ ਬਹੁਤ ਵੱਡਾ ਆ, ਵੱਡਾ ਕੰਮ ਹੈ, ਤੇ ਧਿਆਨ ਨਾ ਕਰੇ। ਹੁਣ ਜਿਹੜਾ ਨਿਆਣਾ ਮੈਡੀਕਲ ਸਕੂਲ ਜਾਂਦਾ ਹੈ, ਲਾਅ ਸਕੂਲ ਜਾਂਦਾ ਹੈ, ਬਿਜ਼ਨਸ ਸਕੂਲ ਜਾਂਦਾ, ਸੀ ਕਹਿੰਦੇ ਬੇਟਾ ਧਿਆਨ ਨਾਲ ਪੜ੍ਹਨਾ, ਐਵਰੀ ਡੇ ਤੁਹਾਨੂੰ 4-5 ਘੰਟੇ ਚਾਹੀਦੇ ਆ। ਵਾਟ ਡੂ ਯੂ ਥਿੰਕ ਗੁਰਬਾਣੀ ਲੇਕਿਨ ਕੁਝ ਨਹੀਂ ਚਾਹੀਦਾ ਸਾਨੂੰ? ਫਟਾਫਟ ਨਹਾਉਂਦੇ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਠੀਕ ਹੈ ਤੁਸੀਂ ਕਰੀ ਚੱਲੋ, ਇਟਸ ਅਪ ਟੂ ਯੂ। ਪਰ ਗੁਰੂ ਨਹੀਂ ਕਹਿੰਦਾ। ਮੈਂ ਕਿਤੇ ਵੀ ਗੁਰਬਾਣੀ 'ਚ ਨਹੀਂ ਪੜ੍ਹਿਆ ਕਿ ਬਾਣੀ ਨੂੰ ਮੁਕਾ ਦਿਓ ਪੜ੍ਹ ਕੇ, ਨੈਵਰ। ਜਿਹੜੇ ਤੁਹਾਨੂੰ ਮੁਕਾਉਣ ਲਈ ਕਹਿ ਰਹੇ ਨੇ ਉਹ ਦੁਖੀ ਨੇ ਗੁਰੂ ਦੇ। ਜਿਹੜੇ ਤੁਹਾਨੂੰ ਗਿਣਤੀਆਂ 'ਚ ਪਾ ਰਹੇ ਨੇ, ਇੰਨੇ ਪਾਠ ਕਰ ਲਾ ਤੇ ਆ ਹੋ ਜਾਊਗਾ, ਤੁਹਾਡੇ ਦੁਖੀ ਨੇ, ਉਹ ਵਿਪਰ ਨੇ, ਵਿਪਰੀਤ ਲੈ ਕੇ ਜਾਣ ਵਾਲੇ, ਗੁਰੂ ਤੋਂ ਤੋੜਨ ਵਾਲੇ ਨੇ। ਗੁਰੂ ਨੇ ਇਦਾਂ ਕਹਿੰਦਾ। ਗੁਰੂ ਨੇ 239 ਸਾਲ ਲਾ ਕੇ 10 ਜਾਮੇ ਇਹਦੇ 'ਚ ਜਦੋਂ ਤੁਸੀਂ ਤੁਹਾਨੂੰ ਪਤਾ ਲੱਗ ਜਾਂਦਾ, ਜਦੋਂ ਤੁਸੀਂ ਅਟਕ ਜਾਂਦੇ ਕੋਈ ਥਾਂ ਤੇ ਵੀ ਪ੍ਰੇਮ ਪਿਆਰ ਤੇ ਤੁਹਾਡਾ ਮਤਲਬ ਬੈਰਾਗ ਪੈਦਾ ਹੋ ਜਾਂਦਾ, ਫਿਰ ਤੁਸੀਂ ਉੱਥੇ ਰੁਕ ਗਏ, ਹੈ ਨਾ? ਰੁਕਣਾ ਹਾਂ, ਉੱਥੇ ਫਿਰ ਤੁਹਾਡੇ ਜ਼ਿਹਨ ਦੇ ਵਿੱਚ ਕਈ ਵਾਰੀ ਜਿਹੜੇ ਪ੍ਰਚਾਰਕਾਂ ਵੱਲੋਂ ਅਰਥ ਦਿੱਤੇ ਹੁੰਦੇ ਨੇ ਉਹਨਾਂ ਤੋਂ ਪਰੇ ਹੋ ਜਾਂਦੇ, ਤੁਸੀਂ ਆਜ਼ਾਦ ਹੋ ਜਾਂਦੇ, ਫ੍ਰੀ ਹੋ ਜਾਂਦੇ, ਤੇ ਤੁਹਾਨੂੰ ਗੁਰੂ ਮਹਾਰਾਜ ਆਪ ਹੀ ਕਿਰਪਾ ਕਰਕੇ ਨਵੇਂ ਅਰਥ ਆਪੇ ਇਹ ਪਰਤ ਦਰ ਪਲਤ ਖੁੱਲੇਗਾ। ਦੇਖੋ ਇਹਦੀ ਬੜੀ ਵੱਡੀ ਇੱਕ ਬਖਸ਼ਿਸ਼ ਹੈ ਗੁਰੂ ਦੀ। ਕਿਉਂ ਨਹੀਂ ਖੋਲਦੇ ਪਹਿਲਾਂ? ਹੁਣ ਬੱਚੇ ਦਾ ਦਿਮਾਗ ਹੈ ਨਾ ਜਿਹੜਾ ਛੋਟਾ, ਜੇ ਤੁਸੀਂ ਉਹਨੂੰ ਮਤਲਬ ਬੜੀ ਮੁਸ਼ਕਿਲ ਕਿਤਾਬ ਉਹਨੂੰ ਦੇ ਦਿਓ, ਉਹਨੇ 2 ਮਿੰਟ ਵੀ ਨਹੀਂ ਉਹਦਾ ਬ੍ਰੇਨ 'ਚ ਜਾ ਹੀ ਨਹੀਂ ਸਕਦੀ ਉਹ ਗੱਲ, ਉਹ ਅਸਮਰੱਥ ਹੈ। ਇੱਦਾਂ ਸਾਡਾ ਮਨੁੱਖੀ ਮਨ ਜਿਹੜਾ ਜ਼ਿਆਦਾ ਚਾਂਬਲਿਆ ਹੁੰਦਾ ਹੈ,
ਇਹਦੇ ਤੇ ਕਾਮ ਦਾ ਬੜਾ ਅਸਰ ਹੈ, ਕ੍ਰੋਧ ਦਾ ਅਸਰ ਹੈ, ਇੰਦਰੀਆਂ ਵੀ ਕਾਬੂ 'ਚ ਨਹੀਂ ਨੇ, ਨਜ਼ਰ ਤੁਹਾਡੀ ਕਾਬੂ 'ਚ ਨਹੀਂ ਹੈ, ਮਤਲਬ ਇਹਨੇ ਵੇਖਣਾ ਤੇ ਉਹੀ ਹੈ ਪਰ ਕੀ ਵੇਖ ਰਹੀ ਹੈ ਨਾ, ਤੁਹਾਡੇ ਕੰਨ ਤੁਹਾਡੇ ਕਾਬੂ 'ਚ ਨਹੀਂ ਨੇ, ਗੰਦੇ ਉਹ ਕਹਿੰਦੇ ਸਾਗਤ ਨਾਦ ਗੀਤ ਧੁਨ ਗਾਵਤ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤਾਂ ਦੇ ਗੀਤ ਮੈਨੂੰ ਨਾ ਸੁਣਾਈ। ਇਹ ਅਰਜ਼ ਹੈ ਔਰ ਅਸੀਂ ਵੀ ਅਰਜ਼ ਕਰਨੀ ਹੈ। ਸਾਕਤ ਕੌਣ? ਟੁੱਟਾ ਹੋਇਆ ਰੱਬ ਤੋਂ, ਗੁਰੂ ਤੋਂ ਟੁੱਟਾ ਹੋਇਆ ਬੰਦਾ ਗੰਦ ਲਿਖ ਰਿਹਾ ਹੈ, ਉਹ ਤੁਹਾਨੂੰ ਗੰਦ ਪਰੋਸ ਰਿਹਾ ਹੈ, ਤੁਸੀਂ ਉਹ ਗੰਦ ਨਾ ਸੁਣੋ। ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਗਤ ਨਾਦ ਗੀਤ ਉਹ ਜਿਹੜੀ ਸਪੇਸ ਹੈ ਨਾ, ਜਦੋਂ ਬੰਦੇ ਦਾ ਧਿਆਨ ਉਧਰ ਜਾਂਦਾ ਗਲਤ ਪਾਸੇ, ਉਹ ਸਪੇਸ ਨਾ ਪੈਦਾ ਹੋਣ ਦਿਓ। ਨਹੀਂ ਗੁਰੂ ਸਾਨੂੰ ਫਰਮਾਉਂਦੇ ਨੇ ਥਾਂ ਥਾਂ ਦੇ ਉੱਤੇ ਪਾਉਣੇ ਨਹੀਂ, ਅਵੋਇਡ ਕਰੋ। ਜਿੱਦਾਂ ਅਸੀਂ ਕਹਿੰਦੇ ਹਾਂ ਵੇਖੀਆਂ ਪੱਤਾ ਨਾ ਖਾ ਲਿਓ, ਜ਼ਹਿਰ ਹੁੰਦਾ ਹੈ। ਹੁਣ ਅਸੀਂ ਆਪਣੇ ਨਿਆਣੇ ਨੂੰ ਸ਼ਰਾਬ ਥੋੜਾ ਦਿੰਦੇ ਨਿੱਕੇ ਜਿਹੇ ਨੂੰ, ਹਾਏ ਮਰ ਜੂਗਾ ਹੈ ਨਾ, ਕਿਉਂਕਿ ਉਹਦੇ ਲਈ ਸ਼ਰਾਬ ਜ਼ਹਿਰ ਹੈ, ਹਰ ਇੱਕ ਲਈ ਜ਼ਹਿਰ ਹੈ। ਹੁਣ ਜਿਹੜੇ ਪੀ ਰਹੇ ਨੇ ਦੈਟਸ ਅਪ ਟੂ ਦੈਮ। ਟੋਬੈਕੋ ਦਿੰਦੇ ਆ ਨਿੱਕੇ ਨਿਆਣੇ ਨੂੰ, ਇੱਥੇ ਹੁਣ ਮਨਾ ਕਰਤਾ ਅੰਦਰ ਨਾ ਪੀਓ, ਜ਼ਹਿਰ ਥੋੜਾ ਦੇਵਾਂਗੇ। ਤੇ ਗੰਦੇ ਸੈਕਸ਼ੁਅਲਿਟੀ ਦੇ ਭਰੇ ਕਾਮ ਦੇ ਗੀਤ ਤੁਹਾਡੇ ਲਈ ਜ਼ਹਿਰ ਹੈ, ਤੁਹਾਡੀ ਸੁਰਤ ਲਈ। ਹੁਣ ਕਿੰਨਾ ਜ਼ਹਿਰ ਅੰਦਰ ਪਾ ਰਹੇ ਆ, ਉਹ ਆਪੇ ਹੀ ਪਈ ਜਾ ਰਿਹਾ ਹੈ, ਉਹਨੂੰ ਸਾਹਿਬ ਮਨਾ ਕਰਦੇ। ਸੋ ਗੱਲਾਂ ਬਹੁਤ ਨੇ। ਇਹਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਮਹਾਰਾਜ ਜਦੋਂ ਅਸੀਂ ਬਾਣੀ ਨਾਲ ਜੁੜਦੇ ਹਾਂ ਤੇ ਬਾਣੀ 'ਚ ਇੱਕ ਮਹਾਰਾਜ ਦਾ ਫੁਰਮਾਨ ਹੈ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਉਹ ਹੈਗਾ ਕਿ ਤੁਹਾਨੂੰ ਗੁਰਬਾਣੀ ਨਾ ਹਮੇਸ਼ਾ ਨਵੀਂ ਲੱਗੇਗੀ, ਕਿਉਂਕਿ ਤੁਹਾਡੇ ਦਿਮਾਗ ਨੇ ਬਦਲ ਜਾਣਾ ਹੈ। ਤੁਸੀਂ ਇੱਕ ਵਾਰੀ ਪੜ੍ਹਿਆ ਕੁਛ ਨਹੀਂ ਪਤਾ ਲੱਗਾ। ਜਸਟ ਮੈਂ ਐਗਜ਼ਾਮਪਲ ਦੇਵਾਂ ਕਿ ਆਮ ਲਿਟਰੇਚਰ ਟੀਚਰ ਤੇ ਸ਼ੇਕਸਪੀਅਰ ਅਸੀਂ 10ਵੀਂ 'ਚ ਵੀ ਪੜ੍ਹਦੇ ਸੀ ਵੈਨ ਆਈ ਵਾਸ ਬੈਕ ਇਨ ਪੰਜਾਬ। ਕੁਝ ਨਹੀਂ ਪਤਾ ਲੱਗਦਾ ਕੀ ਬੋਲੀ ਜਾ ਰਿਹਾ ਹੈ ਨਾ, ਉਹਨੇ ਸਾਰੀ ਬਲੈਂਕ ਵਰਡਸ ਵਿੱਚ ਪੋਇਟਰੀ ਲਿਖੀ ਹੋਈ ਹੈ, ਏਡੀ ਮੁਸ਼ਕਿਲ ਹੈ, ਅਸੀਂ ਐਵੇਂ ਰਟ ਕੇ ਪਾਸ ਹੋ ਗਏ, ਸਾਨੂੰ ਕੱਖ ਵੀ ਨਹੀਂ ਪਤਾ ਮੀਨਿੰਗ ਕੀ ਉਹਦੇ ਸੋਨੇਟਸ ਤੇ ਉਹਦਾ ਸ਼ੇਕਸਪੀਅਰ ਤੇ ਉਹਦਾ ਜੂਲੀਅਸ ਸੀਜ਼ਰ। ਮਤਲਬ ਇਟਸ ਲਾਈਕ ਯੂ ਕੈਨੋਟ ਅੰਡਰਸਟੈਂਡ ਦੈਟ, ਤੁਹਾਡੀ ਹੈ ਹੀ ਨਹੀਂ ਉਹ ਜੀ ਸੁਰਤ, ਤੁਸੀਂ ਕਿੱਥੋਂ ਪਤਾ ਕਰਨਾ। ਉਹੀ ਸ਼ੇਕਸਪੀਅਰ ਅਸੀਂ ਜਾ ਕੇ BA 'ਚ ਪੜ੍ਹਿਆ, ਉਹਦਾ ਟੋਟਲੀ ਡਿਫਰੈਂਟ ਮੀਨਿੰਗ ਸੀਗਾ। ਉਹੀ ਸ਼ੇਕਸਪੀਅਰ ਅਸੀਂ MA 'ਚ ਪੜ੍ਹਿਆ, ਕੁਛ ਉਹਦੇ ਵਿੱਚੋਂ ਉਹਦੀਆਂ ਸੋਨੇਟਸ ਐਂਡ ਲਵ ਸੌਂਗਸ, ਇਟ ਵਾਸ ਲਾਈਕ ਓ ਮਾਈ ਗॉड ਕਿੱਡਾ ਸੋਹਣਾ ਲਿਖਦਾ, ਕੀ ਬਾਤ ਹੈ। ਗੁਰੂ ਦੀ ਬਾਣੀ ਵੀ ਇਦਾਂ ਹੀ ਹੈ। ਪਹਿਲਾ ਇਹਦਾ ਸਟੈਪ ਹੈਗਾ ਗਾ ਕੇ ਕੰਠ ਕਰਨਾ ਦਿਮਾਗ ਦਾ। ਉਦੋਂ ਅਸੀਂ ਬਹੁਤਾ ਉਹਦੇ ਮੀਨਿੰਗ ਵੱਲ ਨਾ ਜਾਈਏ, ਜਾਣਾ ਚਾਹੀਦਾ ਹੈ ਪਰ ਛੋਟੇ ਬੱਚੇ ਨੂੰ ਤੇ ਰਟਾਣਾ ਪਏਗਾ ਨਾ। ਹੁਣ ABCD ਦਾ ਮੀਨਿੰਗ ਥੋੜਾ ਦੱਸਦੇ ਆ ਵੀ ਕਿਉਂ ABCD ਦਾ ਮੀਨਿੰਗ ਸੁਣੀਏ, ਮਨ ਰੱਖੀਏ ਭਾਓ, ਗਾਓ ਤੇ ਸੁਣੋ ਦਿਲ ਦੇ ਵਿੱਚ ਪਿਆਰ ਰੱਖ ਕੇ, ਭਾਓ ਰੱਖ ਕੇ ਤਕੜੇ ਕਿ ਹਾਏ ਮੈਂ ਤਾਂ ਨਾ ਬਹੁਤ ਸੋਹਣੀ ਕੋਈ ਚੀਜ਼ ਖਾ ਰਿਹਾ। ਭਾਉਂਦਾ ਤੋਂ ਭਾਓ ਤੋਂ ਪਿਆਰ ਤੋਂ ਨਹੀਂ, ਹਾਂ ਨਹੀਂ ਡਰ ਨਹੀਂ। ਗਾਵੀਏ ਸੁਣੀਏ ਮਨ ਰੱਖੀਏ ਭਾਓ, ਦੁੱਖ ਪਰ ਹਰ। ਵੇਖੋ ਦਾ ਅਸਰ ਕੀ ਹੋਏਗਾ, ਜਿਉਂ-ਜਿਉਂ ਤੁਸੀਂ ਗਾਓਗੇ ਸੁਣੋਗੇ ਪਿਆਰ ਦੇ ਨਾਲ, ਦੁੱਖ ਕੱਟੇ ਜਾਣਗੇ। ਉਹਦਾ ਇਹ ਸੁਭਾਅ ਹੈ ਤੁਹਾਡੇ ਅੰਦਰ ਦੀ ਦੁਖਦਾਈ ਚੀਜ਼ਾਂ ਨੂੰ ਬਾਹਰ ਕੱਢਣਾ। ਦੁੱਖ ਹੁਣ ਇੱਥੋਂ ਇਹ ਵੀ ਡਿਫਰੈਂਸ਼ੀਏਟ ਕਰ ਲੈਣਾ ਆਪਾਂ ਕਿ ਜਿਹੜੇ ਦੁਨਿਆਵੀ ਗੀਤ ਨੇ ਉਹ ਸਾਨੂੰ ਪਲ ਦੋ ਪਲ ਲਈ ਤਾਂ ਠਹਿਰਾ ਦੇ ਸਕਦੇ ਨੇ। ਹਾਂ ਮਤਲਬ ਲੋਕਲ ਇੰਜੈਕਸ਼ਨ ਆ ਉਹ। ਹਾਂਜੀ ਵੀ ਸਕਿਨ ਦੇ ਵਿੱਚ ਲੋਕ ਉੱਥੇ ਦਰਦ ਨਹੀਂ ਹੋਏਗੀ ਪਰ ਜੜ ਨਹੀਂ ਗਈ ਬਿਮਾਰੀ ਦੀ, ਨਾ ਜੀ ਨਾ। ਸੋ ਇਹ ਮਤਲਬ ਡੀਪ ਤੁਹਾਡੇ ਅਸਰ ਕਰੇਗਾ। ਦੁੱਖ ਪਰ ਹਰ ਲੈਣੇ ਇਹਨੇ ਸਾਰੇ, ਦੁੱਖ ਪਰ ਹਰਾ ਲੈਣੇ ਆ, ਸੁੱਖ ਕਰ ਲੈ ਜਾਏ। ਹੁਣ ਇਹਦੇ ਚ ਘਰ ਵੀ ਆਪਣੇ ਆਪ ਦੇ ਵਿੱਚ ਡਿਫਾਈਨ ਕਰਤਾ ਵੀ ਘਰ ਕਿਹੜਾ ਇਹ, ਵੀ ਉਹ ਘਰ ਲੈ ਕੇ ਜਾਣਾ, ਉਸ ਘਰ ਦੇ ਵਿੱਚ ਸੁੱਖ ਪਸਰ ਜਾਏਗਾ। ਉਹ ਇੱਕੋ ਹੀ ਪੰਕਤੀ ਦੇ ਵਿੱਚ ਕਿੰਨਾ ਕੁਛ ਹੈ ਨਾ। ਦੁੱਖ ਪਰ, ਦੋ ਸੈਂਟੈਂਸ ਹੋ ਗਏ, ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਇਹ ਨਾਲ ਹੈ। ਇਸ ਪੰਕਤੀ ਦੇ ਵਿੱਚ ਕਿੰਨਾ ਕੁਛ ਆ ਗਿਆ, ਬਹੁਤ ਕੁਝ। ਤਾਂ ਹੀ ਤੇ ਕਹਿੰਦੇ ਗੁਰ ਸਾਗਰ ਰਤਨੀ ਭਰਪੂਰੇ। ਇਹ ਸਮੁੰਦਰ ਹੈ, ਇਹਦੇ ਚ ਡੂੰਘੇ ਉਤਰਨਾ ਪਏਗਾ। ਇਹ ਪਹਿਲਾਂ ਤੇ ਅਸੀਂ ਕਿਨਾਰੇ ਬੈਠੇ ਰਹਿੰਦੇ ਆ। ਹਾਂ ਤੁਸੀਂ ਪੜ੍ਹਨਾ ਤਾਂ ਸ਼ੁਰੂ ਕਰੋ, ਤੁਸੀਂ ਗਾਉਣਾ ਤਾਂ ਸ਼ੁਰੂ ਕਰੋ, ਉਹਨੇ ਆਪੇ ਲੈ ਜਾਣਾ ਡੂੰਘੇ, ਆਪੇ ਇਹੀ ਤੇ ਇਹਦਾ ਕਮਾਲ ਹੈ। ਬਿਲਕੁਲ ਮਹਾਰਾਜ ਨੇ, ਉਹ ਕਹਿੰਦੇ ਨਾ ਭਾਈ ਗੁਰਦਾਸ ਜੀ ਦੀ ਇੱਕ ਤੁਕ ਹੈਗੀ, ਮਤਲਬ ਜਿਹੜਾ ਲਿਖਿਆ ਹੈ, ਉਹ ਕਹਿੰਦੇ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਉਹ ਸਾਨੂੰ ਯਾਦ ਰੱਖਣਾ ਪੈਣਾ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ, ਇੱਕ ਭਾਵਨਾ ਦੇ ਵਿੱਚ ਜੇ ਇੱਕ ਕੌਡੀ ਵੀ ਗੁਰੂ ਨੂੰ ਚੜਾਈ ਨਾ, ਤਾਹੇ ਗੁਰ ਸਗਲ ਨਿਧਾਨ ਦਾਨ ਦੇਤ ਹੈ। ਸਾਰੇ ਖਜ਼ਾਨੇ ਤੁਹਾਡੇ ਲਈ ਲੈ ਆਉਂਦਾ, ਭਾਵਨਾ ਦੀ ਕਦਰ ਕਰਦਾ ਹੈ। ਸੋ ਇੱਥੋਂ ਇਹ ਜਿਹੜੀ ਹੁਣ ਚਰਚਾ ਕਰ ਰਹੇ ਹਾਂ, ਇਹ ਅੱਗੇ ਮੌਤ ਨਾਲ ਜੁੜਦੀ ਹੈ। ਅੱਗੇ ਜਾ ਕੇ ਇਹ ਦੱਸਦੀ ਹੈ ਕਿ ਮੌਤ ਕਿੰਨੀ ਖੂਬਸੂਰਤ ਹੈ, ਬਹੁਤ ਖੂਬਸੂਰਤ, ਕਿੰਨੀ ਬਿਊਟੀਫੁਲ ਹੈ ਨਾ।
ਸੋ ਕਿਉਂ ਸਿੱਖ ਜੰਗ ਦੇ ਵਿੱਚ ਜੂਝ ਮਰ ਕੇ ਸ਼ਹੀਦੀ ਦੇਣਾ ਕਿਉਂ ਮਤਲਬ ਉਹਦੇ ਲਈ ਸੌਖੀ ਗੱਲ ਹੁੰਦੀ ਹੈ ਤੇ ਕਿਵੇਂ ਜਿੱਤਾਂ ਪ੍ਰਾਪਤ ਕੀਤੀਆਂ ਉਹਦੇ ਨਾਲ ਜੁੜੂਗੀ ਪਹਿਲਾਂ ਆਪਾਂ ਇੱਥੇ ਆਪਾਂ ਇਸ ਜਿਹੜੀ ਗਾਵੀਏ ਵਾਲੀ ਹੈਗੀ ਪੌੜੀ ਇਹਨੂੰ ਕੰਪਲੀਟ ਕਰੀਏ ਅੱਜ। ਹੁਣ ਅਸੀਂ ਅੱਗੇ ਪੜਨਾ ਹੈ ਗਾਵੇ ਕੋ ਰੁਕਣਾ ਸਾਜ ਕਰੇ ਤਨ ਖੇ। ਓਹ ਕਈ ਤੈਨੂੰ ਇੰਨਾ ਸੋਹਣਾ ਗਾ ਰਹੇ ਨੇ ਕਿਉਂਕਿ ਤੂੰ ਸਾਜਦਾ ਹੈ ਪਹਿਲੋਂ ਤੇ ਫਿਰ ਖੇ ਵੀ ਕਰ ਦੇਣਾ। ਅਸੀਂ ਪੜਿਆ ਨਾ ਇੱਕ ਓਂਕਾਰ ਚ ਕਿ ਉਹੀ ਪੈਦਾ ਕਰਨ ਵਾਲਾ, ਉਹੀ ਪਾਲਣਾ ਵਾਲਾ, ਉਹੀ ਫਨਾ ਕਰਨ ਵਾਲਾ। ਇਹ ਉਹਦੀ ਕਾਰ ਉੱਤੇ ਕਾਰ ਹੈ, that means continuity। ਇਸੇ ਬਾਣੀ ਦੇ ਵਿੱਚ ਅੱਗੇ ਜਿਹੜੇ ਤਿੰਨ ਦੇਵਤੇ ਨੇ ਬ੍ਰਹਮਾ ਵਿਸ਼ਨ ਮਹੇਸ਼ ਉਹ ਮੰਨੇ ਜਾਂਦੇ ਸੀ, ਉਹਦੀ ਵੀ ਗੱਲਬਾਤ ਕਰਾਂਗੇ। ਹਾਂ। ਉਹ ਮੰਨੇ ਗਏ ਸੀ ਪਰ ਮਹਾਰਾਜ ਨੇ ਉਹਨਾਂ ਨੂੰ ਵੀ ਕੁਐਸਚਨ ਮਾਰਕ ਲਿਆ ਕਿ ਮੈਨੂੰ ਇਹਦਾ ਜਵਾਬ ਦੇ ਪਹਿਲੋਂ। ਮਹਾਰਾਜ ਨੇ ਆਪਣੇ ਸ਼ਬਦਾਂ ਦੇ ਵਿੱਚ ਉਹਨਾਂ ਦੀ ਮਹਾਰਾਜ ਹਾਂਜੀ ਆਪਾਂ ਉੱਥੇ ਆਵਾਂਗੇ, ਆਪਾਂ ਇੱਥੋਂ ਕਰਦੇ ਹਾਂ। ਤੇ ਇਹ ਹੈਗਾ ਗਾਵੇ ਕੋ ਜੀ ਲੈ ਫਿਰ ਦੇ। ਕਈ ਤੈਨੂੰ ਗਾਉਂਦੇ ਆ ਵੀ ਤੂੰ ਸਰੀਰ ਦੇਣਾ ਹੈ ਤੇ ਤੂੰ ਫਿਰ ਲੈ ਵੀ ਲੈਣਾ, ਦੇ ਵੀ ਚਲੀ ਜਾਂਦੀ ਹੈ। ਸਾਰਾ ਕੁਝ ਜਿਹੜਾ ਹੈਗਾ ਉਹ ਦਿੰਦਾ ਵੀ ਹੈ, ਆਪੇ ਹੀ ਲੈਣਾ, ਆਪੇ ਹੀ ਦੇਣਾ। ਇਹ ਉਹਦੀ ਕਾਰਨ ਸਾਨੂੰ ਲੱਗਦਾ ਹੈ ਕਿ ਆ ਵੀ ਮੇਰਾ ਸੀ, ਆ ਵੀ ਮੇਰਾ ਸੀ, ਆ ਮੇਰੇ ਨਾਲ ਆਇਆ ਹੋ ਗਿਆ। ਤੇਰ ਮੇਰ ਸਾਡਾ ਮਨ ਪਾਉਂਦਾ। ਸਾਰੀ ਜਿਹੜੀ ਕਾਰ ਆ ਉਹਨੇ ਰਿਮੋਟ ਤੇ ਕੀਤੀ ਹੋਈ ਹੈ, ਉਹ ਖੁਦ ਹੀ ਚਲੀ ਜਾ ਰਹੀ ਹੈ, ਉਹਦਾ ਕੰਟਰੋਲ ਉਹਦੇ ਹੱਥਾਂ 'ਚ ਸਦੀਆਂ ਤੋਂ ਚਲੀ ਜਾ ਰਹੀ ਹੈ ਔਰ ਪਤਾ ਨਹੀਂ ਕਦੋਂ ਤੋਂ ਚਲੀ ਜਾ ਰਹੀ ਹੈ। ਤੇ ਉਹ ਅਸੀਂ ਨਹੀਂ ਜਾਣਾ ਵੀ ਕਦੋਂ ਤੋਂ ਚੱਲ ਰਹੀ, ਕਿੱਥੇ ਜਾਊਗੀ, ਮਰਨ ਤੋਂ ਬਾਅਦ ਕਿੱਥੇ ਜਾਵਾਂਗੇ। ਤੇ ਉਹ ਕਹਿੰਦੇ ਕਿੱਥੋਂ ਆਇਆ ਤੇ ਕਿੱਥੇ ਜਾਣਾ ਭੁੱਲ ਜਾ ਦੋਵੇਂ ਗੱਲਾਂ, ਇਹ ਭੁੱਲ ਜਾ। ਠੀਕ ਹੈ ਨਾ, ਪੀ ਸਕਣਾ ਤੇ ਪੀ ਲੈ ਸਕੀ, ਪਿਆ ਸਕਣਾ ਤੇ ਪਿਆ ਦੇ। ਇਹ ਸ਼ੇਅਰ ਹੈ ਕਿਸੇ ਦਾ, ਹੈ ਨਾ। ਤੈਨੂੰ ਕੀ ਪਤਾ ਤੂੰ ਮਤਲਬ ਕਿਉਂ ਤੂੰ ਦਿਮਾਗ ਖਰਾਬ। ਹੁਣ ਦੇਖ ਵੀ ਮੇਰੇ ਕੋਲ ਕੀ ਹੈ ਤੇ ਹੁਣ ਮੈਂ ਇਹਨੂੰ ਵਰਤਣਾ ਕਿੱਦਾਂ ਤੇ ਮੈਂ ਇਹਦੇ ਚੋਂ ਮੈਕਸਿਮਮ ਖੁਸ਼ੀ ਆਨੰਦ ਕਿਵੇਂ ਲੈਣੀ। ਸੋ ਗੁਰੂ ਜੀ ਉੱਦਾਂ ਸਮਝਾਉਂਦੇ। ਫਿਰ ਕਹਿੰਦੇ ਤੈਨੂੰ ਕਈ ਗਾਉਂਦੇ ਨੇ ਗਾਵੇ ਕੋ ਜਾਪੈ ਦਿਸੈ ਦੂਰ। ਕਈ ਤੈਨੂੰ ਗਾਉਂਦੇ ਵੀ ਤੂੰ ਉਹਨਾਂ ਨੂੰ ਬੜੀ ਦੂਰ ਲੱਗਦਾ ਵੀ ਪਤਾ ਨਹੀਂ ਕਿੱਥੇ ਹੋਣਾ। ਹੁਣ ਸਾਰੀ ਦੁਨੀਆ ਨੂੰ ਤਾਂ ਇਹੀ ਲੱਗਦਾ, ਬਹੁਤਿਆਂ ਨੂੰ 90% ਕੀ ਪਤਾ ਨਹੀਂ ਕੀ ਗੱਲਾਂ ਕਰੀ ਜਾ ਰਹੇ, ਰੱਬ ਹੈ ਵੀ ਕਿ ਨਹੀਂ। ਕਈ ਸੋਚਦੇ ਨੇ ਪਤਾ ਨਹੀਂ ਬੱਦਲਾਂ ਦੇ ਉੱਲੇ ਆ, ਪਤਾ ਨਹੀਂ ਕਿਹੜੇ ਅਸਮਾਨ ਦੇ ਵਿੱਚ, 7 ਅਸਮਾਨ ਬਣਾਏ ਨੇ। ਜਦੋਂ ਵੀ ਕੋਈ ਇਸ਼ਾਰਾ ਕਰਦਾ ਉਹ ਉਂਗਲੀ ਐ ਕਰਕੇ ਕਰਦਾ ਵੀ ਉਹਦੇ ਹੱਥ 'ਚ ਹੈ ਨਾ, ਪਤਾ ਨਹੀਂ ਵੀ ਉੱਤੇ ਆ, ਏਦਾਂ ਪਤਾ ਨਹੀਂ ਧਰਤੀ ਘੁੰਮ ਰਹੀ ਆ ਵੀ ਥੱਲੇ ਵੀ ਆ ਸਕਦਾ। ਉੱਪਰ ਵਾਲਾ ਕਹਿ ਦਿੰਦੇ, ਉੱਪਰ ਵਾਲਾ ਠੀਕ ਹੀ ਨਹੀਂ। ਉੱਪਰ ਵੈਸੇ ਜਿਹੜੇ ਉੱਪਰ ਵਾਲਾ ਕਹਿੰਦੇ ਆ ਨਾ, ਕਿਉਂਕਿ ਸੁਰਤ ਦੀ ਵੀ ਇੱਕ ਜਰਨੀ ਹੈਗੀ ਮਨ ਦੀ। ਇੱਕ ਤੁਹਾਨੂੰ ਕਹਿੰਦੇ ਨੇ ਇੰਗਲਿਸ਼ 'ਚ ਕਹਿੰਦੇ ਨੇ ਹੌਰੀਜ਼ੋਨਟਲ ਐਕਸਪੈਂਸ਼ਨ। ਜ਼ਮੀਨੀ ਮਾਲਕੀਆਂ, ਕੋਠੀਆਂ, ਕਾਰਾਂ, ਤਖਤੋ ਤਾਜ, ਉਹ ਹੌਰੀਜ਼ੋਨਟਲ ਹੈ ਤੁਹਾਡਾ। ਇੱਕ ਹੈਗੀ ਤੁਹਾਡੀ ਵਰਟੀਕਲ ਜਿਹੜੀ ਤੁਹਾਡੀ ਚੜ੍ਹਾਈ ਹੈਗੀ ਆ, ਉਹ ਤਾਂ ਨੂੰ ਚੜ੍ਹਨਾ। ਉਹ ਕਹਿੰਦੇ ਸੁਰਤ ਉੱਚੀ ਚੜਾ, ਉੱਚੀ, ਤਾਂ ਕਹਿੰਦੇ ਉੱਪਰ ਵਾਲਾ ਇੱਥੇ ਆ। ਠੀਕ ਹੈ, ਹਰ ਇੱਕ ਸੈੱਲ ਦੇ ਵਿੱਚ ਹੈਗੀ ਉਹਦੀ ਤਾਕਤ। ਪਰ ਆ ਸਾਡਾ ਜਿਹੜਾ ਹੈਗਾ, ਪਿੱਛੇ ਜੇ 3 ਸਾਲ ਪਹਿਲਾਂ ਸਾਇੰਸ ਨੇ ਵੀ ਇਹ ਸਿੱਧ ਕਰਦਾ ਵੀ ਹਰ ਤੁਹਾਡਾ ਜਿਹੜਾ ਸੈੱਲ ਆ ਬਾਡੀ ਦਾ ਉਹ ਜੀਵਤ ਹੈ, ਉਹਦੇ 'ਚ ਬ੍ਰੇਨ ਹੈ। ਮੈਡੀਕਲ ਸਾਇੰਸ ਸੁਣ ਕੇ ਐਵਰੀ ਸੈੱਲ ਹੈਜ਼ ਅ ਬ੍ਰੇਨ। ਅਸੀਂ ਸੈੱਲ ਨੂੰ ਵੇਖ ਵੀ ਨਹੀਂ ਸਕਦੇ। ਸੋਚੋ ਹੁਣ ਰੱਬ ਤੁਹਾਨੂੰ ਕਿੱਥੋਂ ਦਿਖ ਜਾਣਾ ਜੋ ਸੈੱਲ ਨਹੀਂ ਦੀਦਾ ਇਹਨਾਂ ਅੱਖਾਂ ਨਾਲ ਜਿਹੜਾ ਹੈਗਾ। ਹੁਣ ਸਾਨੂੰ ਪਤਾ ਹੈ, ਡਾਕਟਰ ਨੇ ਦੱਸਤਾ ਕਿ ਸਾਡੇ ਅੰਦਰ ਹਾਰਟ ਹੈਗਾ। ਵੇਖਿਆ ਤੇ ਨਹੀਂ ਨਾ ਹਾਰਟ ਤੁਸੀਂ। ਹਾਊ ਕੈਨ ਯੂ ਸੀ ਯੋਰ ਹਾਰਟ ਜਦ ਤੱਕ ਚੀਰ ਕੇ ਬਾਹਰ ਨਹੀਂ ਕੱਢਾਂਗੇ, ਉਦੋਂ ਤੱਕ ਤੇ ਮਰ ਵੀ ਜਾਵਾਂਗੇ। ਤੇ ਬ੍ਰੇਨ ਹੈਗਾ, ਪਤਾ ਹੈ ਕੀ ਹੈਗਾ। ਕਿੰਨੇ ਦਿਖਾਇਆ? ਡਾਕਟਰ ਨੇ ਦਿਖਾਇਆ। ਕਿੰਨੇ ਦਿਖਾਇਆ? ਐਕਸਰੇ। ਉਹ ਤੇ ਤੁਸੀਂ ਵੇਖ ਲਿਆ ਤੇ ਗੁਰੂ ਜੋ ਦਿਖਾ ਰਿਹਾ ਉਹ ਨਹੀਂ ਦਿਖਦਾ ਤੁਹਾਨੂੰ। ਉਹ ਕਿਉਂ ਨਹੀਂ ਦਿਸਦਾ? ਵਾਈ ਯੂ ਕੁਐਸਚਨ। ਇੱਥੇ ਆ ਗਿਆ ਕਿ ਇਹ ਵੀ ਐਕਸਰੇ ਹੈ ਇੱਕ ਤਰ੍ਹਾਂ ਦਾ। ਆਫ ਕੋਰਸ। ਤੇ ਗੁਰੂ ਤੁਹਾਨੂੰ ਤਾਂ ਦਿਖਾ ਰਿਹਾ ਕਿਉਂਕਿ ਗੁਰੂ ਨੇ ਵੇਖਿਆ। ਗੁਰੂ ਨੇ, ਕੱਲ ਵੀ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ, गुरु जी ने कहता ना हम हिंदू ना मुसलमान, अल्लाह राम के पिंड प्राण। गुरबाणी बोल दी है, ये गुरबाणी है। वो कहते पंडित मुल्ला जो लिख दिया, जो कुछ पंडितां ने मुलाणिया ने लिखा, छाड़ चले हम कछु ना लिया। एक चीज भी नहीं ਲਈ ਉਹਨਾਂ ਤੋਂ ਸਾਹਿਬ ਨੇ। ਇਹ ਸਾਰਾ ਕੁਝ ਮਹਾਰਾਜ ਦਾ ਆਪਣਾ ਅਨੁਭਵ ਹੈ। ਅਨੁਭਵ, ਇਟਸ ਨਾਟ ਕਿ ਉਹਨਾਂ ਨੂੰ ਥਾਟ ਆ ਗਈ ਤੇ ਲਿਖਤੀ। ਨੋ, ਇਹ ਕੀਤਾ ਹੈ ਸਾਹਿਬ ਨੇ ਆਪ। ਇਹ ਆਪਣੇ ਅਨੁਭਵ ਚੋਂ ਉਹਨਾਂ ਨੇ ਪ੍ਰਗਟ ਹੋਈ ਹੈ ਬਾਣੀ। ਕਿਉਂਕਿ ਮਹਾਰਾਜ ਨੇ, ਅਕਾਲ ਪੁਰਖ ਵਾਹਿਗੁਰੂ ਨੇ ਉਹ ਸੋਹਣਾ ਮੁਜੱਸਮਾ ਆਪਣਾ ਚੁਣਿਆ, ਗੁਰੂ ਨਾਨਕ ਪਾਤਸ਼ਾਹ, ਜਿਨ੍ਹਾਂ ਦੇ ਥਰੂ ਆਪਣੇ ਬੋਲ ਦੁਨੀਆ ਤੇ ਭੇਜੇ। ਬੋਲ ਦੁਨੀਆ ਤੇ ਭੇਜੇ, ਇਹ ਗੱਲ ਬਹੁਤ ਵੱਡੀ ਗੱਲ ਹੈ। ਸ਼ਾਇਦ ਇਸੇ ਕਰਕੇ ਜਦੋਂ ਵੀ ਅਸੀਂ ਗੁਰਬਾਣੀ ਦਾ ਟਰਾਂਸਲੇਸ਼ਨ ਤਰਜਮਾ ਪੜ੍ਹਦੇ ਹਾਂ ਉਹ ਗੱਲ ਰਹਿੰਦੀ ਨਹੀਂ।
ਐਸੈਂਸ ਹੀ ਖਤਮ ਹੋ ਜਾਂਦੀ ਹੈ हाँ ਉਹਦੀ। जी बिल्कुल। ਇਸ ਕਰਕੇ ਸਾਨੂੰ ਪੰਜਾਬੀ ਤੇ ਗੁਰਮੁਖੀ ਸਿੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਨੂੰ ਗੁਰੂ ਨਾਲ ਜੁੜਨ ਲਈ ਆਪ ਗੁਰਬਾਣੀ ਪੜ੍ਹਨੀ ਸਮਝਣੀ ਪਏਗੀ, ਨਾਟ ਟ੍ਰਾਂਸਲੇਸ਼ਨ ਦਾ ਤੁਸੀਂ ਸਹਾਰਾ ਲੈ ਸਕਦੇ ਹੋ, ਗੁਰਸਿੱਖਾਂ ਦਾ ਸਹਾਰਾ। ਪਹਿਲਾਂ ਸਾਰੇ ਲੋਕ ਜਿਹੜੇ ਸੀ ਸਾਡੇ ਪੁਰਾਣੇ, ਉਹ ਸਿਆਣੇ ਗ੍ਰੰਥੀਆਂ ਤੋਂ ਪਾਠ ਕਰਨਾ ਸਿੱਖਦੇ ਸੀ, ਔਰ ਗ੍ਰੰਥੀ ਐਡੇ ਸਿਆਣੇ ਹੁੰਦੇ ਸੀ, ਪਿੰਡ ਦੇ ਸਭ ਤੋਂ ਮਹਾਨ ਟੀਚਰ ਗ੍ਰੰਥੀ ਹੁੰਦੇ ਸੀ। ਇੱਥੋਂ ਹੁਣ ਇਹ ਵੀ ਗੱਲ, ਇੱਕ ਹੋਰ ਸਵਾਲ ਪੈਦਾ ਹੋ ਗਿਆ, ਜਿਹੜੇ ਅੱਜ ਦੇ ਪ੍ਰਚਾਰਕ ਨੇ ਜਾਂ ਕਥਾਵਾਚਕ ਨੇ ਉਹ ਟੀਚਰ ਨਹੀਂ ਨੇ। ਉਹ ਸਿਸਟਮ ਭੰਨ ਦਿੱਤਾ ਗਿਆ ਨਾ। ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਉਸ ਵੇਲੇ ਪਾਠਸ਼ਾਲਾ ਹੁੰਦੀ ਸੀ, ਗੁਰਦੁਆਰਾ, ਜਾਂ ਮਤਲਬ ਉੱਥੋਂ ਹੀ ਵਿੱਦਿਆ ਦਿੱਤੀ ਜਾਂਦੀ ਸੀ। ਸਾਡੇ ਬਹੁਤ ਸਾਰੇ ਜਿਹੜੇ ਸਾਹਿਤਕ ਲੇਖਕ ਹੋਏ ਨੇ ਪੰਜਾਬੀ ਦੇ, ਉਹਨਾਂ ਨੇ ਵੀ ਜਿਹੜੀ ਵਿੱਦਿਆ ਉੱਥੋਂ ਹੀ ਹਾਸਲ ਕੀਤੀ ਹੈ ਨਾ, ਉਹ ਗੁਰਦੁਆਰਿਆਂ ਤੋਂ। ਸਾਡਾ ਬਹੁਤ ਵਧੀਆ ਸਿਸਟਮ ਸੀ ਨਾ, ਜਿੱਦਾਂ ਅਸੀਂ ਗੱਲ ਕਰ ਰਹੇ ਸੀ ਪੰਜਾਬ ਦਾ। ਜਦੋਂ ਸਾਡਾ ਪੰਜਾਬ ਰਾਜ ਸੀਗਾ, ਮਹਾਰਾਜਾ ਰਣਜੀਤ ਸਿੰਘ ਸਾਡੇ ਰਾਜਾ ਸਨ, ਤੇ ਪੰਜਾਬ ਦਾ ਜਿਹੜਾ ਪੜ੍ਹਾਈ ਲਿਖਾਈ ਦਾ ਜਿਹੜਾ ਹੈਗਾ ਸਾਰੀ ਪ੍ਰਣਾਲੀ, ਉਹ ਉਸ ਸਾਰੇ ਖਿੱਤੇ ਚੋਂ ਨਹੀਂ, ਵਰਲਡ ਤੋਂ ਨੰਬਰ 1 ਸੀ। ਇਹ ਗੋਰਿਆਂ ਨੇ ਆ ਕੇ ਦੇਖਿਆ, ਪੜ੍ਹ ਲੈਣ ਸਾਰੇ। ਹੁਣ ਤਾਂ ਸਾਰੀਆਂ ਰਿਸਰਚ ਬਾਹਰ ਆ ਗਈਆਂ। ਅਸੀਂ ਕੋਈ ਵੀ ਗੱਲ ਐਵੇਂ ਬਣਾ ਕੇ ਨਹੀਂ ਕਰਦੇ। ਆਪਾਂ ਐਕੈਡਮਿਸ਼ੀਅਨ ਆ, ਰਾਈਟ? ਆਮ ਅ ਟੀਚਰ and I'm a researcher and I would say I'm a ਗੁਰਬਾਣੀ scholar because ਮੈਂ ਰੋਜ਼ ਪੜ੍ਹਦੀ ਹਾਂ, ਸਿੱਖਦੀ ਹਾਂ, ਲੱਭਦੀ ਹਾਂ, ਲੇਖ ਪੜ੍ਹਨੇ, ਸਿਆਣਿਆਂ ਕੋ ਬਹਿਣਾ, ਪੁੱਛਣਾ। that is how you learn। ਆਪਾਂ ਕਿਹੜੇ ਰੱਬ ਥੋੜੀ ਉਤਰੇ ਆ, ਪੜ੍ਹਨਾ ਪੈਣਾ ਨਾ, ਸਿੱਖਣਾ ਪੈਣਾ, ਗੁਰੂ ਤੋਂ ਬੈਠ ਕੇ, ਗੁਰੂ ਦੇ ਪਿਆਰਿਆਂ ਕੋਲ ਬੈਠ ਕੇ, ਗੁਰਸਿੱਖਾਂ ਕੋਲ ਬੈਠ ਕੇ, ਸਿਆਣਿਆਂ ਕੋਲ ਬੈਠ ਕੇ, ਜਿਨ੍ਹਾਂ ਨੂੰ ਗੁਰਬਾਣੀ ਦੇ ਗਿਆਤਾ ਨੇ, ਉਹਨਾਂ ਕੋਲ ਬੈਠ ਕੇ। ਆਪੇ ਨਹੀਂ ਸਮਝ ਆਣੀ, ਇਹ ਭੁੱਲ ਜਾਣ ਕਿ ਆਪੇ ਹੀ ਪੜ੍ਹ ਕੇ ਸਮਝ ਲਾਂਗੇ, ਨਹੀਂ, ਸੰਗਤ ਵਿੱਚ ਜਾਣਾ ਪਏਗਾ। ਕਿੰਨਾਂ ਕੋਲ? ਜਿਨ੍ਹਾਂ ਦੇ ਕੋਲ ਇਹ ਗਿਆਨ ਹੈ। ਹੁਣ ਉਸ ਸਮੇਂ ਐਡਾ ਸੋਹਣਾ ਸਿਸਟਮ ਹੈ ਕਿ ਜਿੱਥੇ ਵੀ ਗੁਰਦੁਆਰਾ ਬਣਾਉਣ ਨੂੰ ਕੋਈ ਕਹਿੰਦੇ ਸੀ ਮਹਾਰਾਜੇ ਨੂੰ, ਉਹਨਾਂ ਕਹਿਣਾ ਨਾਲ ਪਹਿਲਾਂ ਮੈਨੂੰ ਸਕੂਲ ਦੀ ਬਿਲਡਿੰਗ ਦਿਖਾਓ ਵੀ ਪਾਠਸ਼ਾਲਾ ਹੈਗੀ ਆ, ਤੇ ਕੌਣ ਪੜ੍ਹਾਊਗਾ, ਤੇ ਕੈਦੇ ਕਿੱਥੇ ਆ। ਕੈਦੇ ਤਿਆਰ ਕਰਾਏ, ਇੱਕ ਇੱਕ ਘਰ ਦੇ ਅੰਦਰ ਕੈਦੇ ਸੀਗੇ, ਫਾਰਸੀ ਦੇ, ਅਰਬੀ ਦੇ, ਪੰਜਾਬੀ ਦੇ, ਈਵਨ ਜਰਮਨ ਤੇ ਇੰਗਲਿਸ਼ ਪੜ੍ਹਾਈ ਜਾਂਦੀ ਸੀ। ਕਿਉਂਕਿ ਸਾਨੂੰ ਕੋਈ ਹੋਸ਼ ਹੀ ਨਹੀਂ ਕਿ ਅਸੀਂ ਕਿੱਧਰ ਤੁਰੇ, ਮੈਨੂੰ ਨਹੀਂ ਪਤਾ। ਮੈਂ ਵੀ ਉਹਨਾਂ 'ਚ ਹੀ ਹਾਂ, ਆਈ ਐਮ ਆਲਸੋ ਪਾਰਟ ਆਫ ਦ ਕਰਾਊਡ। ਪਰ ਕੁਛ ਤਾਂ ਦੇਖ ਲਓ। ਤੇ ਫਿਰ ਉੱਥੋਂ ਗ੍ਰੰਥੀ ਜੀ ਉਹ ਹੁੰਦੇ ਸੀ ਜਿਨ੍ਹਾਂ ਨੂੰ ਗ੍ਰੰਥ ਦੇ ਬਾਰੇ ਪੂਰੀ ਜਾਣਕਾਰੀ ਸੀ। ਗ੍ਰੰਥ ਬਾਰੇ ਜਾਣਕਾਰੀ ਹੋਣ ਕਰਕੇ ਹੀ ਉਸ ਨੂੰ ਗ੍ਰੰਥੀ ਕਿਹਾ ਜਾਂਦਾ ਹੈ, ਹੈਡ ਗ੍ਰੰਥੀ। ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਨਾ, ਪਰਸੋਂ ਵੀ, ਕਿ ਮੇਰੀ ਇੱਕੋ ਹੀ ਤਮੰਨਾ ਹੈ ਮਰਨ ਤੋਂ ਬਾਅਦ, ਮੈਂ ਗੁਰਦੁਆਰੇ ਦਾ ਗ੍ਰੰਥੀ ਲੱਗਣਾ। ਪਰ ਮੈਨੂੰ ਕਿਸੇ ਨੇ ਨਹੀਂ ਲਾਉਣਾ। ਮੇ ਬੀ ਮੇਰਾ ਗੁਰੂ ਰਹਿਮ ਕਰਕੇ ਕੋਸ਼ਿਸ਼ ਕਰਾਂਗੇ। ਹੁਣ ਜਦੋਂ ਤੁਸੀਂ ਗ੍ਰੰਥੀ ਕੋਲ ਜਾਓਗੇ, ਜਿਹਨੂੰ ਗ੍ਰੰਥ ਦੀ ਨੌਲੇਜ ਹੈ, ਫਿਰ ਉਹ ਤੁਹਾਨੂੰ ਗੁਰਬਾਣੀ ਪਹਿਲਾਂ ਪੜ੍ਹਨੀ ਸਿਖਾਊ ਵੀ ਪੜ੍ਹਨਾ ਕਿੱਦਾਂ ਇਹਨੂੰ। ਕਿਉਂਕਿ ਜਦੋਂ ਤੁਹਾਨੂੰ ਪੜ੍ਹਨਾ ਨਹੀਂ ਆਏਗਾ, ਤੁਸੀਂ ਤਾਂ ਮੀਨਿੰਗ ਤਾਂ ਭੁੱਲ ਹੀ ਜਾਓ। ਕਿੱਥੇ ਪੌਜ਼ ਲਾਉਣਾ, ਕਿਉਂ ਲਾਉਣਾ, ਇੱਧਰ ਸਿਹਾਰੀ ਕਿਉਂ ਲੱਗੀ, ਔਂਕੜ ਕਿਉਂ ਲੱਗਾ, ਹੋੜਾ ਕਿਉਂ ਲੱਗਾ, ਕਿੱਥੇ ਲੱਗਾ, ਕਿੱਥੇ ਨਹੀਂ। ਗੁਰਬਾਣੀ ਦੀ ਇੱਕ ਆਪਣੀ ਗ੍ਰਾਮਰ ਹੈ, ਉਹ ਪੰਜਾਬੀ ਗ੍ਰਾਮਰ ਨਹੀਂ ਹੈ। ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਤਸਦੀਕ ਕਰਕੇ ਦੇ ਗਏ ਨੇ, ਜਿਹੜੇ 9 ਤੋਂ 10 ਬੋਲੀਆਂ ਜਾਣਦੇ ਸਨ, ਸੰਸਕ੍ਰਿਤ ਦੇ ਮਹਾ ਵਿਦਵਾਨ ਸਨ। ਉਹਨਾਂ ਨੂੰ 8ਵੀਂ ਤੋਂ ਹੀ ਸੰਸਕ੍ਰਿਤ ਤੋਂ ਸਕਾਲਰਸ਼ਿਪ ਲੱਗਾ ਹੋਇਆ ਸੀ। ਜੇ ਕਿਸੇ ਨੂੰ ਨਹੀਂ ਪਤਾ, ਪ੍ਰੋਫੈਸਰ ਸਾਹਿਬ ਸਿੰਘ ਜੀ ਗਰੀਬ ਹਟਵਾਣੀਏ ਦੇ ਪੁੱਤਰ ਸਨ, ਬਹੁਤ ਗਰੀਬ, ਪਰ ਐਡੇ ਲਾਇਕ ਸੀਗੇ, ਐਡੇ ਲਾਇਕ ਕਿ ਉਹਨਾਂ ਦੇ ਬਾਪ ਨੂੰ ਪਤਾ ਸੀ ਮੇਰਾ ਪੁੱਤ ਹੀਰੇ ਵਰਗਾ ਹੈ। ਤੇ ਆਪਣੇ ਭੁੱਖ ਜਰ ਕੇ ਵੀ ਉਹਨਾਂ ਨੇ ਉਹਨਾਂ ਨੂੰ ਸਕੂਲ ਭੇਜਿਆ। ਤੇ ਔਰ ਬਹੁਤ ਪਤਲਾ ਛੋਟਾ ਕੱਦ ਹੁੰਦਾ ਸੀ, ਕਮਜ਼ੋਰ ਹੁੰਦੇ ਸੀ, ਕਿਉਂਕਿ ਖਾਣ ਨੂੰ ਤਾਂ ਕੁਝ ਹੁੰਦਾ ਹੀ ਨਹੀਂ ਸੀ। ਆਪਣੇ ਕੋਲ ਸਮਾਂ ਬਹੁਤ ਘੱਟ ਹੋ ਗਿਆ ਇਸ ਐਪੀਸੋਡ ਦਾ। ਸੋ ਅਸੀਂ ਅੱਗੇ ਚੱਲਦੇ ਹਾਂ। ਕਹਿਣ ਤੋਂ ਭਾਵ ਹੈਗਾ ਕਿ ਆਪਾਂ ਗਾਉਣਾ ਸਿੱਖਣਾ ਹੈ, ਆਪਾਂ ਪੜ੍ਹਨਾ ਸਿੱਖਣਾ ਹੈ, ਅਸੀਂ ਉਹਨੂੰ ਤਰਤੀਬਵਾਰ ਸਿੱਖਣਾ ਹੈ। ਫਿਰ ਸਾਹਿਬ ਕਹਿੰਦੇ ਤੈਨੂੰ ਕਈ ਗਾਉਂਦੇ ਵੀ ਤੂੰ ਬਹੁਤ ਦੂਰ ਲੱਗਦਾ ਉਹਨਾਂ ਨੂੰ, ਕਈ ਗਾਉਂਦੇ ਵੀ ਤੂੰ ਤੇ ਹਾਦਰਾ ਹਦੂਰ ਹੈ, ਮਤਲਬ ਸਾਹਮਣੇ ਜ਼ਾਹਰ ਹੈ। ਇੱਕ ਹੁਣ ਮੈਨੂੰ ਉਰਦੂ ਦੀ ਕਪਲੇਟ ਯਾਦ ਆ ਗਈ। ਉਹ ਕਹਿੰਦੇ ਨੇ, ਯਾਰ ਕਹਿੰਦੇ ਖੁਦਾ ਨੂੰ, ਯਾਰ ਕੋ ਹਮਨੇ ਜਾਮ ਬਜਾ ਦੇਖਾ, ਕਭੀ ਜ਼ਾਹਿਰ ਕਭੀ ਛੁਪਾ ਦੇਖਾ। ਇਹ ਉਹ ਆ ਗਈ ਗੱਲ। ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ। ਫਿਰ ਕਹਿੰਦੇ ਬੜੇ ਲੋਕਾਂ ਨੇ ਕਥਿਆਏ ਦੇ ਬਾਰੇ ਬੜੇ ਵਿਖਿਆਨ ਕੀਤੇ, ਪਤਾ ਨਹੀਂ ਕਦੋਂ ਤੋਂ ਚਲੇ ਆ ਰਹੇ ਨੇ। ਕਥ ਨਾ ਕਥੀ ਨਾ ਆਵੇ ਤੋਟ, ਤੋਟ ਮਤਲਬ ਥੋੜ ਨਹੀਂ ਆਈ ਕਦੀ ਕੱਥ ਕੇ। ਡਿਸਕਸ਼ਨ ਹੁੰਦੀ ਰਹਿੰਦੀ ਹੈ, ਹੁੰਦੀ ਰਹਿੰਦੀ ਹੈ, ਜਿੰਨੀ ਵੀ ਕਰ ਲੋ ਘੱਟ, ਜਿੰਨੀ ਵੀ ਔਰ ਹੁੰਦੀ ਰਹੇਗੀ। ਇੰਗਲਿਸ਼ 'ਚ ਵੀ ਹੋਏਗੀ, ਜਰਮਨ 'ਚ ਵੀ ਹੋਏਗੀ, ਸੰਸਕ੍ਰਿਤ 'ਚ ਵੀ ਹੋਏਗੀ, ਉਰਦੂ 'ਚ ਸਭ 'ਚ ਹੋਏਗੀ। ਹਰ ਕੋਈ ਆਪਣੇ ਹਿਸਾਬ ਨਾਲ ਉਹਨੂੰ ਕੱਥ ਰਿਹਾ। ਕਥ ਕਥ ਕਥੀ ਕੋਟੀ ਕੋਟ ਕੋਟ,
ਕਰੋੜਾਂ ਕਰੋੜ ਹਾ ਕਰੋੜ ਤੈਨੂੰ ਕਥ ਰਹੇ ਨੇ, ਤੇਰੇ ਬਾਰੇ ਗੱਲਾਂ ਕਰ ਰਹੇ ਨੇ ਕਰੋੜਾਂ ਹੀ ਜੀਵ। ਬਾਣੀ 'ਚ ਹੋਰ ਥਾਂ ਵੀ ਆਉਂਦਾ ਨਾ, ਕੋਟ ਕਰਮ ਕਰੇ ਹੋਂ ਧਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ। ਇਹ ਸਾਰੀਆਂ ਤੁਕਾਂ ਉਹਦੇ ਨਾਲ। ਫਿਰ ਅੱਗੇ ਕਹਿੰਦੇ ਦੇਂਦਾ ਦੇ, ਦਾਤਾਂ ਦੇਂਦਾ ਹੀ ਜਾਂਦਾ, ਦੇਂਦਾ ਹੀ ਜਾਂਦਾ, ਦੇਂਦਾ ਹੈ ਕੋਈ ਕਮੀ। ਹਵਾ ਕਹਿੰਦੇ ਜੀ ਹੁਣ ਘੱਟ ਹੋ ਜਾਣੀ, ਹਵਾ ਕਦੀ ਘੱਟ ਨਹੀਂ ਹੋਣੀ, ਪਾਣੀ ਵੀ ਕਦੀ ਘੱਟ ਨਹੀਂ ਹੋਣਾ, ਧਰਤੀ ਵੀ ਨਹੀਂ ਘੱਟ ਹੋਣੀ, ਬੰਦੇ ਵੀ ਆਈ ਜਾਣੇ ਆ, ਖਾਣੇ ਵੀ ਮਿਲੀ ਜਾਣੇ, ਉਹਨਾਂ ਸਭ ਕੁਝ ਮਿਲੀ ਆ ਰਿਹਾ। ਲੈਂਦੇ ਥੱਕ ਪਾਏ, ਲੈਣ ਵਾਲੇ ਥੱਕ ਥੱਕ ਕੇ ਮਰ ਜਾਂਦੇ ਨੇ। ਜਿਹੜੇ ਦਾਤਾਂ ਲੈ ਰਹੇ ਉਹਦੇ ਕੋਲੋਂ, ਉਹ ਜਾ ਰਹੇ ਨੇ ਲੈ ਲੈ ਕੇ ਦਾਤਾਂ, ਪਰ ਦਾਤਾਂ ਤੇ ਨਹੀਂ ਮੁੱਕਣੀਆਂ। ਜੁਗਾਂ ਜੁਗੰਤਰ ਖਾਈ ਖਾਏ, ਅੱਜ ਤੋਂ ਨਹੀਂ ਜੁਗਾਂ ਤੋਂ ਖਾ ਰਹੇ। ਜੁਗ ਤੇ ਹੁਣ ਇਹਨਾਂ ਨੇ ਜੋ ਮਰਜ਼ੀ ਬਣਾ ਲਏ ਹੈ ਨਾ ਟਾਈਮ ਨੂੰ, ਆਪੇ ਉਹ ਸਾਰਾ ਝੂਠ ਹੈ, ਉਹਦੀਆਂ ਗਿਣਤੀਆਂ ਮਿਣਤੀਆਂ, ਕਲ ਯੁਗ ਸਤਯੁਗ ਦੁਆਪਰ ਤ੍ਰੇਤਾ ਹੈ ਹੀ ਨਹੀਂ ਕੁਝ ਵੀ। ਅਖੇ ਜੀ ਉਹਦੀ ਇੰਨੇ ਲੱਖ ਸਾਲ ਉਮਰ ਹੈ ਤੇ ਫਲਾਣੇ ਦੀ ਇੰਨੇ ਲੱਖ ਸਾਲ, ਐਵੇਂ ਕਹਾਣੀਆਂ, ਉਹਦਾ ਕੋਈ ਆਥੈਂਟਿਸਿਟੀ ਹੈ ਹੀ ਨਹੀਂ ਕਿਤੇ। ਤੇ ਸਾਹਿਬ ਨੇ ਉਹਨੂੰ ਰੱਦ ਕਰਤਾ। ਸੋਈ ਚੰਦ ਚੜੇ ਸੇ ਸੋਈ ਚੰਦ ਚੜੇ ਸੇ ਤਾਰੇ, ਸੋਈ ਦਿਨੀ ਅਰ ਤਪਤ ਰਹੇ। ਕਹਿੰਦੇ ਉਹੀਓ ਚੰਦ ਚਮਕ ਰਿਹਾ, ਉਹੀ ਤਾਰੇ ਚਮਕ ਰਹੇ ਨੇ, ਉਹੀ ਕਿਹੜਾ ਤੇਰਾ ਕਲਯੁਗ ਬਣ ਗਿਆ ਤੇ ਕਿਹੜਾ ਸਤਯੁਗ। ਇੱਥੇ ਹੁੰਦਾ ਕਲਯੁਗ ਸਤਯੁਗ ਇੱਥੇ। ਜੇ ਤੁਸੀਂ ਵਿਕਾਰਾਂ ਦੇ ਅਧੀਨ ਹੋ ਕਲਯੁਗ 'ਚ ਜੀ ਰਹੇ ਹੋ, ਜੇ ਤੁਸੀਂ ਗੁਣਾਂ ਦੇ ਅਧੀਨ 'ਚੋਂ ਸਤਯੁਗ 'ਚ ਜੀ ਰਹੇ ਹੋ। ਜੇ ਤੁਹਾਡੇ ਗੁਣ ਘੱਟ ਵੱਧ ਰਹੇ ਨੇ, ਦੁਆਪਰ ਤ੍ਰੇਤਾ ਤੁਹਾਡੇ ਅੰਦਰ ਹੀ ਵਰਤ ਰਿਹਾ, ਬਾਹਰ ਨਹੀਂ ਹੈਗਾ, ਅੰਦਰ ਹੈ। ਹੁਣ ਉਹ ਸਤਯੁਗ ਦੀਆਂ ਗੱਲਾਂ ਕਰਦਾ, ਫਿਰ ਸੀਤਾ ਨੂੰ ਕਿਉਂ ਚੁੱਕ ਕੇ ਲੈ ਗਿਆ ਰਾਵਣ? ਉਦੋਂ ਕੋ ਲੜੇ ਹੈ ਨਾ, ਸਤਯੁਗੀ ਜੀਵ ਤਾਂ ਨਹੀਂ ਲੜਦੇ। I mean to say ਕਿ we are not condemning anything, but we need to figure out ਕਿ ਕੀ ਪੜ੍ਹ ਰਹੇ ਹਾਂ ਤੇ ਕਿਉਂ। ਅੱਛਾ, ਫਿਰ ਅੱਗੇ ਸਾਹਿਬ ਕਹਿੰਦੇ ਹੁਕਮ, ਕਹਿੰਦੇ ਇਹ ਸਾਰਾ ਕੁਝ ਲੈ ਲੈ ਥੱਕ ਗਏ ਨੇ, ਜੁਗਾਂ ਤੋਂ ਚੱਲ ਰਿਹਾ ਭਾਈ, ਬੰਦ ਕਰ ਦਿਓ, ਜਿੰਨੀ ਮਰਜ਼ੀ ਕਥਨਾ ਕਥੀ ਜਾਓ, ਇੱਥੇ ਕਥਨ ਨਹੀਂ ਬੰਦ ਹੋਣਾ। ਪਰ ਹੈ ਕੀ ਅਸਲ 'ਚ? ਵੇਖੋ ਸਾਹਿਬ ਨੇ ਫਿਰ ਪੌੜੀ ਦੇ ਅਖੀਰ 'ਚ ਜਿੱਥੇ ਪੌੜੀ ਖਤਮ ਹੋ ਰਹੀ ਹੈ, ਉੱਥੇ ਸਾਹਿਬ ਨੇ ਆਪਣਾ ਵਿਚਾਰ ਉਹਦੇ ਸਾਰੇ ਦੀ ਨਿਚੋੜ ਕੱਢ ਕੇ ਸਾਨੂੰ ਦੇ ਦਿੱਤਾ। ਉਹ ਕੀ ਹੈ? ਹੁਕਮੀ ਹੁਕਮ ਚਲਾਏ ਰਾਹ। ਉਹ ਹੁਕਮੀ ਇਸ ਡਿਵਾਈਨ ਵੱਡੇ ਹੁਕਮ ਨੂੰ ਆਪਣੇ ਮੁਤਾਬਿਕ ਚਲਾ ਰਿਹਾ ਹੈ। ਇਹਦਾ ਮਤਲਬ ਇਹ ਹੁਕਮੀ ਹੁਕਮ ਚਲਾਏ ਰਾਹ। ਫਿਰ ਕਹਿੰਦੇ ਨਾਨਕ ਵਿਗਸੈ ਵੇ ਪਰਵਾਹ। ਐਵੇਂ ਨਹੀਂ ਚਲਾ ਰਿਹਾ, ਬੜੀ ਖੁਸ਼ੀ ਨਾਲ ਚਲਾ ਰਿਹਾ, ਵਿਗਾਸ ਦੇ ਵਿੱਚ। ਨਾਨਕ ਵਿਗਸੈ ਵੇ ਪਰਵਾਹ। ਬੇਪਰਵਾਹ ਤੇ ਲਾਪਰਵਾਹ ਦੋ ਲਫ਼ਜ਼ ਨੇ। ਬੇਪਰਵਾਹ ਪੋਜ਼ਿਟਿਵ ਹੈ, ਲਾਪਰਵਾਹ ਨੈਗੇਟਿਵ ਹੈ। ਲਾਪਰਵਾਹ ਜਿਹੜਾ ਆਪਣੇ ਧਰਮ ਨੂੰ, ਆਪਣੀ ਰਿਸਪੌਂਸਿਬਿਲਿਟੀ ਨੂੰ ਨਹੀਂ ਸਮਝਦਾ। ਬੇਪਰਵਾਹ ਕੀ ਨਹੀਂ, ਠੀਕ ਹੈ। ਸਾਨੂੰ ਸਾਹਿਬ ਨੇ ਬੇਪਰਵਾਹ ਹੋਣਾ ਸਿਖਾਇਆ। ਐਵੇਂ ਤੇ ਨਹੀਂ ਮੇਰੇ ਵੀਰ, ਲੱਖਾਂ ਦੀ ਕਰੋੜਾਂ ਦੀ ਗਿਣਤੀ ਦੇ ਵਿੱਚ ਬੇਪਰਵਾਹੀਆਂ 'ਚ ਉਹਨਾਂ ਦੇ ਚਿਹਰੇ ਦਮਕਦੇ ਫਿਰਦੇ ਨੇ। ਕਿਉਂ ਨੇ ਬੇਪਰਵਾਹ? ਸਾਨੂੰ ਕੀ ਪਰਵਾਹ ਹੈ? ਪਰਵਾਹ ਤੇ ਤੈਨੂੰ ਹੈ। ਕਰਨਾ ਮੇਰੀ ਪਰਵਾਹ, ਮੈਂ ਕਿਉਂ ਮਰਾਂ, ਮੈਂ ਕਿਉਂ ਡਰਾਂ? ਮੈਂ ਤੇ ਉਸ ਬੇਪਰਵਾਹ ਦਾ, ਉਹ ਕਹਿੰਦੇ ਨਾ ਰੰਗ ਲਾਗਾ ਬੇਪਰਵਾਹ ਦੇ ਨਾਲ, ਇਹ ਪੰਜਾਬ 'ਚ ਗਾਉਂਦੇ ਹੁੰਦੇ ਆ। ਜੇ ਮੇਰਾ ਪਿਓ ਬੇਪਰਵਾਹ ਤੇ ਮੈਂ ਕਿਉਂ, ਮੈਨੂੰ ਕਾਹਦਾ ਡਰ ਹੈ? ਮੈਨੂੰ ਕਾਹਦਾ ਡਰ? ਮੇਰੇ ਪਿਓ ਕੋਲ ਸਭ ਕੁਝ ਹੈ। ਅਸੀਂ ਯਾਰ, ਸਾਨੂੰ ਸਾਹਿਬ ਨੇ ਰਾਜਿਆਂ ਵਾਲਾ ਰੂਪ ਦਿੱਤਾ, ਤੁਸੀਂ ਵੀ ਸਮਝਾ ਰਹੇ ਸੀ। ਇਹ ਕਿਉਂ ਦਿੱਤਾ ਹੈ? ਰਾਜੇ ਜਿਹੜੇ ਹੈਗੇ ਨਾ, ਰਾਜੇ ਉਹ ਕਹਿੰਦੇ ਨਾ ਬਾਦਸ਼ਾਹੀ ਦਾਵਾ ਤਾਂ ਹੀ ਆਪਾਂ ਕਹਿੰਦੇ ਆ ਨਾ। ਹਾਂ, ਕਿਉਂਕਿ ਉਹਨਾਂ ਕੋਲ ਨਿਆਂ ਦੀ ਚੁਲੀ ਹੁੰਦੀ ਹੈ ਨਾ, ਉਹ ਨਿਆਂ ਕਰਦੇ ਨੇ। ਸੱਚੇ ਸੁੱਚੇ ਰਾਜੇ ਬੇਪਰਵਾਹ ਹੁੰਦੇ ਨੇ। ਉਹ ਕਹਿੰਦੇ ਸਾਡੇ ਸਿਰ ਤੇ ਹੈਗਾ। ਹੁਣ ਜਿਹੜੇ ਦੂਜੇ ਜ਼ਾਲਮ ਨੇ, ਉਹ ਤੇ ਨਹੀਂ ਕਦੀ ਬੇਪਰਵਾਹ ਹੁੰਦੇ। ਉਹ ਤਾਂ ਹਮੇਸ਼ਾ ਦੇ ਅੱਛਾ ਕਿੰਨੇ ਮੇਰਾ ਕੀ ਖਾ ਲਿਆ, ਕੌਣ ਕੀ ਲੈ ਗਿਆ, ਉਹ ਇੱਕ ਇੱਕ ਨੂੰ ਉਹਦਾ ਲਹੂ ਚੂਸਦੇ। ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਇਹ ਵੀ ਗੁਰਬਾਣੀ ਹੈ, ਰਾਈਟ। ਹੁਣ ਸਾਹਿਬ ਕਹਿੰਦੇ ਤੂੰ ਬੇਪਰਵਾਹ। ਅੱਗੋਂ ਫਿਰ ਉਹਨਾਂ ਨੇ ਸੱਚੇ ਸਾਹਿਬ ਦੀ ਸਾਰੀ ਪਿਕਚਰ ਸਾਡੇ ਅੱਗੇ ਰੱਖੀ ਹੈ ਵੀ ਬੇਪਰਵਾਹ ਮੈਂ ਤੈਨੂੰ ਕਿਉਂ ਕਹਿਣਾ, ਵੀ ਬੇਪਰਵਾਹ ਦੇ ਨਾਲ ਜੁੜ। ਉਹ ਕਹਿੰਦੇ ਪ੍ਰਭੂ ਦੇ ਵੱਖੋ ਵੱਖਰੇ ਕੰਮ ਵੇਖ ਕੇ ਮਨੁੱਖ ਆਪੋ ਆਪਣੀ ਸਮਝ ਦੇ ਅਨੁਸਾਰ ਉਸ ਦੇ ਹੁਕਮ, ਰੂਪ, ਤਾਕਤ ਦਾ ਅੰਦਾਜ਼ਾ ਲਾਉਂਦੇ ਚਲੇ ਆ ਰਹੇ ਨੇ। ਇਜ਼ਨਟ ਦੈਟ ਟਰੂ? ਜਿਹੜੇ ਨਾਂ ਰੱਖੇ ਹੋਏ ਨੇ ਉਹ ਵੀ ਉਹਦੇ ਜਿਹੜੀਆਂ ਉਹਦੀਆਂ ਕੁਆਲਿਟੀਜ਼ ਨੇ, ਗੁਣ ਨੇ, ਉਹਨਾਂ ਦੇ ਮੁਤਾਬਕ ਰੱਖੇ ਹੋਏ ਨੇ। ਪਰ ਸਾਹਿਬ ਕਹਿੰਦੇ ਕਿਸੇ ਪਾਸੋਂ ਵੀ ਇਹ ਮੁਕੰਮਲ ਅੰਦਾਜ਼ਾ ਨਹੀਂ ਲੱਗ ਸਕਦਾ। ਵੇਖੋ ਸਾਹਿਬ ਸਭ ਜਾਣਦੇ ਨੇ, ਪਰ ਫਿਰ ਉੱਥੇ ਆ ਕੇ ਕਹਿਤਾ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਤੈਨੂੰ ਗਾਇਆ ਤੇ ਜਾ ਸਕਦਾ ਹੈ, ਤੇਰੇ ਨਾਲ ਜੁੜਿਆ ਜਾ ਸਕਦਾ ਹੈ। ਉਹ ਕਹਿੰਦੇ ਨੇ ਅੰਤ ਕੋ ਭਾਲਣ ਜੋ ਗਏ ਸੋ ਆਏ ਅੰਤ ਗਵਾਏ। ਗੁਰਬਾਣੀ ਹੈ, ਅੰਤ ਕੋ ਭਾਲਣ ਜੋ ਗਏ ਸੋ ਆਏ ਅੰਤ ਗਵਾਏ। ਤੇ ਇੱਥੇ ਗਾਵੇ ਦੀ ਪੌੜੀ ਖਤਮ। ਹਾਂਜੀ ਹਾਂਜੀ, ਬਹੁਤ ਤੁਹਾਡਾ ਸ਼ੁਕਰਗੁਜ਼ਾਰ ਹਾਂ ਮੈਂ। ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਸਾਡੇ ਸਟੂਡੀਓ 'ਚ ਆਏ ਹੋ ਬੜੀ ਦੂਰੋਂ, ਤੇ ਆਪਾਂ ਇਸ ਵਿਸ਼ੇ ਦੇ ਉੱਤੇ ਬਹੁਤ ਹੀ ਜੋ ਨਾਜ਼ੁਕ ਵੀ ਹੈ, ਅਹਿਮ ਵੀ ਹੈ,
ਤੇ ਸਾਡੇ ਲਈ ਜ਼ਰੂਰੀ ਹੈ, ਕਿਉਂਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਬਾਰੇ ਨਹੀਂ ਜਾਣਦੇ ਤਾਂ ਮੈਨੂੰ ਲੱਗਦਾ ਕਿ ਅਸੀਂ ਸਿੱਖ ਵੀ ਨਹੀਂ ਹੈਗੇ। ਸੋ ਦਰਸ਼ਕਾਂ ਨੂੰ ਮੈਂ ਦੱਸ ਦਿਆਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਬਾਰੇ ਚਰਚਾ ਕਰ ਰਹੇ ਹਾਂ, ਉਸ ਦੇ ਵਿੱਚ ਦਰਜ ਬਾਣੀਆਂ ਬਾਰੇ, ਉਹਨਾਂ ਦੀ ਅਹਿਮੀਅਤ ਬਾਰੇ। ਤੇ ਸਾਡਾ ਅੱਜ ਦਾ ਜਿਹੜਾ ਇਹ ਅਧਿਆਇ ਹੈ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ, ਮੈਂ ਆਪਣੇ ਸਾਰੇ ਦਰਸ਼ਕਾਂ ਤੋਂ, ਆਪ ਜੀ ਤੋਂ ਔਰ ਸਤਿਗੁਰਾਂ ਦੇ ਅਦਬ ਦੇ ਵਿੱਚ ਮਾਫੀ ਦੀ ਖਾਸਤਗਾਰ ਹੈ ਜੇ ਕੋਈ ਇਹੋ ਜਿਹਾ ਬੋਲ ਜਾਂ ਕੋਈ ਇਹੋ ਜਿਹਾ ਲਫ਼ਜ਼ ਮੂੰਹ ਚੋਂ ਨਿਕਲਿਆ ਹੋਵੇ ਸੱਚੇ ਸਾਹਿਬ ਦੀਆਂ ਸਿਫਤਾਂ ਗਾਉਂਦਿਆਂ, ਗੁਰਬਾਣੀ ਦੀ ਵਿਆਖਿਆ ਕਰਦਿਆਂ, ਕਿਉਂਕਿ ਅਸੀਂ ਅਲਪੱਗ ਜੀਵ ਹਾਂ, ਅਲਪ ਮਤ ਹਾਂ, ਨੀਚ ਬੁੱਧੀ ਹਾਂ, ਤੇ ਸਾਹਿਬ ਦੇ ਅੱਗੇ ਅਰਦਾਸ ਕਰੀਏ ਸਾਨੂੰ ਆਪਣੀ ਸੁਚੱਜੀ ਕਾਰ ਵਿਹਾਰ ਸਾਨੂੰ ਬਖਸ਼ਣ, ਆਪਣੀ ਬਾਣੀ ਦਾ ਪਿਆਰ ਸਤਿਕਾਰ ਸਾਡੇ ਹਿਰਦਿਆਂ 'ਚ ਵਸਾਉਣ ਤਾਂ ਕਿ ਅਸੀਂ ਮਾਲਾ ਮਾਲ ਤੇ ਅਮੀਰ ਹੋ ਸਕੀਏ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।